पाई कहियो पिता की आयस मोहे। वाहिगुरु जी का खालसा वाहिगुरु जी की फतेह। जुगो जुग अटल जहरा जहूर हाजरा हजूर। राजान राज पानान पान देवान देव उपमा महान। सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सुभाएमान होए बैठे गुरु प्यारे माई भाई सतसंगी जनों। गुरुद्वारा श्री मंजी साहिब दीवान हाल विखे रबी बाणी दा शब्द कीर्तन गुरु के कीर्तनिया पासों आप जी ने सरवण कीता। बाणी सुन के अपने समय नूं आप जी सफल बना रहे हो। सो आओ समा होया है इस पावन इतिहासक अस्थान दी मर्यादा जो नित लड़ीवार गुर इतिहास दा समा होया। धन सतगुरु श्री गुरु रामदास महाराज चौथे पातशाह जी जो कि प्रभुर बयाना कीते हन। अपनी गुरता गद्दी दे सिंघासन ते अपने छोटे सपुत्र गुरु अर्जन साहब जी नूं विराजमान कीता है। कल दे प्रसंग विच आप जी ने सरवण कीता कि श्री गोबिंदवाल साहब दी पावन धरती ते गुरु अर्जन साहब जी नूं बाबा बुढ़ा साहब जी ने बाबा मोहन जी ने गुरु अर्जन साहब जी नूं गुरता गद्दी सौंपी है। वो पग जिहड़ी सी गुरु अर्जन साहब नूं सौंपी। आखिर गुरु अर्जन साहब जी दे मन विच ये दया आई। कहण लगे पग दी किन्नू को वड्डी बात है। ये पग दा की है। अपने भराता बाबा प्रिथी चंद नूं पग दे के गुरु अर्जन साहब कहण लगे हे भराता जी तुसी साडे वड्डे भरा हो। ये पग दी की बात है। ये पग तुसी लो तुसी अपने सिर ते बन लो। पर तुसी घर विच वड्डे हो तुसी सानू सारियां नूं नाल लैके चलो। बाबा प्रिथी चंद ने अपने सिर ते वो दस्तार भी सजा ली है। मन ही मन विच बहुत प्रसन्न होए ने कि मैं हुण गुरु बन गया। मैनू गुरता गद्दी प्राप्त हुई है। इधर जदों संगत वहीरां कत के गोबिंदवाल साहब दी पावन धरती ते पहुंची है ते संगत गुरु नूं पछाणदी है कि गुरु साहब जी किनू मोहर ला के गए ने। गुरु अर्जन साहब जी दे चरनां विच संगत भेटा रखदी है, चरनां विच सीस झुकाउंदी है। ते बाबा प्रिथी चंद बड़ा देख के हैरान है। कहण लगा पग ते मैनू मिली है गुरता गद्दी दी ते फिर भी लोग गुरु अर्जन साहब नूं मत्था क्यों टेक रहे ने। उन्हां नूं ही क्यों आके भेटा अर्पण कर रहे ने। ते मन ही मन विच बाबा प्रिथी चंद सोचदा है। कहण लगा ये सारा दोष मेरे नानकियां दा है। मेरे मामा मोहन जी मोहरी जी
ਅਤੇ ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਸਾਰਿਆਂ ਦਾ ਦੋਸ਼ ਹੈ। ਇਹਨਾਂ ਨੇ ਨਹੀਂ ਮੈਨੂੰ ਤਖਤ ਹਾਸਲ ਕਰਨ ਦਿੱਤਾ। ਇਹ ਵੀ ਗੁਰੂ ਅਰਜਨ ਸਾਹਿਬ ਦਾ ਸਾਥ ਦਿੰਦੇ ਨੇ। ਕਾਸ਼ ਮੇਰਾ ਸਾਥ ਦਿੰਦੇ ਹੁੰਦੇ ਤੇ ਮੈਨੂੰ ਅੱਜ ਗੁਰਤਾ ਗੱਦੀ ਪ੍ਰਾਪਤ ਹੋਣੀ ਸੀ। ਮਨ ਹੀ ਮਨ ਵਿੱਚ ਬਾਬਾ ਪ੍ਰਿਥੀ ਚੰਦ ਜੀ ਸੜਦੇ ਆ, ਆਪਣੇ ਅੰਦਰ ਹੀ ਅੰਦਰ ਉਹ ਜ਼ਹਿਰ ਘੋਲਦੇ ਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ, ਹੋਰ ਸਿੱਖਾਂ ਨੂੰ ਉਹ ਦੋਸ਼ੀ ਠਹਿਰਾਉਂਦੇ ਨੇ। ਫਿਰ ਸੋਚਦਾ ਵੀ ਇੱਥੇ ਤੇ ਮੇਰਾ ਹੁਣ ਵਸਣਾ ਸਹੀ ਨਹੀਂ ਹੈ। ਗੋਬਿੰਦਵਾਲ ਸਾਹਿਬ ਹੁਣ ਮੈਂ ਚੱਲ ਕੇ ਅੰਮ੍ਰਿਤਸਰ ਜਾਣਾ, ਉੱਥੇ ਗੁਰੂ ਬਣ ਕੇ ਲੋਕਾਂ ਨੂੰ ਦਿਖਾਵਾਂਗਾ, ਗੁਰੂ ਬਣ ਕੇ ਦਰਸ਼ਨ ਦਿਆਂਗਾ। ਬਾਬਾ ਪ੍ਰਿਥੀ ਚੰਦ ਗੋਬਿੰਦਵਾਲ ਸਾਹਿਬ ਤੋਂ ਚੱਲ ਕੇ ਉਹ ਅੰਮ੍ਰਿਤਸਰ ਦੀ ਧਰਤੀ ਤੇ ਆਇਆ। ਅਕਬਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜਹਾਂਗੀਰ ਤਖਤ ਤੇ ਬੈਠਾ ਤੇ ਜਹਾਂਗੀਰ ਨੇ ਆਪਣਾ ਇੱਕ ਉਮਰਾਵ ਸੁਲਭੀ ਖਾਂ ਉਹਨੂੰ ਮਾਝੇ ਦੇ ਵਿੱਚ ਹਾਕਮ ਬਣਾ ਕੇ ਭੇਜਿਆ ਤੇ ਬਾਬਾ ਸੁਲਭੀ ਖਾਂ ਦੇ ਨਾਲ ਬਾਬਾ ਪ੍ਰਿਥੀ ਚੰਦ ਨੇ ਸੋਚਿਆ ਵੀ ਕਿਉਂ ਨਾ ਹੁਣ ਸੁਲਹੀ ਖਾਨ ਦੇ ਨਾਲ ਮਿੱਤਰਤਾ ਪਾਈ ਜਾਏ। ਸੁਲਹੀ ਖਾਨ ਨੂੰ ਬਾਬਾ ਪ੍ਰਿਥੀ ਚੰਦ ਜਾ ਕੇ ਮਿਲਿਆ ਤੇ ਜਾ ਕੇ ਉਹਨੂੰ ਆਖਿਆ ਵੀ ਮੈਂ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਮਾਲਕ, ਤੁਸੀਂ ਹਿੰਦੁਸਤਾਨ ਦੇ ਪਾਤਸ਼ਾਹ ਹੋ। ਸੁਲਹੀ ਖਾਂ ਬੜਾ ਪ੍ਰਸੰਨ ਹੋਇਆ, ਕਹਿਣ ਲੱਗਾ ਬੜੀ ਵੱਡੀ ਕਰਾਮਾਤ ਹੈ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ। ਚਲੋ ਸਾਡੇ ਮਨ ਵਿੱਚ ਜੋ ਵੀ ਇੱਛਾ ਹੋਇਆ ਕਰੇਗੀ ਉਹ ਅਸੀਂ ਆਪ ਜੀ ਦੇ ਪਾਸੋਂ ਲੈ ਲਿਆ ਕਰਾਂਗੇ। ਇਤਿਹਾਸ ਆਪ ਜੀ ਨੇ ਸਰਵਣ ਕੀਤਾ ਕੱਲ੍ਹ ਦੇ ਦਿਨਾਂ ਦੇ ਵਿੱਚ ਕਿ ਬਾਬਾ ਪ੍ਰਿਥੀ ਚੰਦ ਨੂੰ ਸੁਲੀ ਖਾਨ ਨੇ ਇੱਕ ਘੋੜਾ ਦਿੱਤਾ। ਉਹਦੇ ਘੋੜੇ ਦੇ ਉੱਤੇ ਕਾਠੀ ਪਾ ਕੇ, ਜੋ ਚਾਂਦੀ ਦੀ ਕਾਠੀ ਸੀ, ਬਹੁਤ ਸੁੰਦਰ ਬਣੀ ਹੋਈ, ਤੇ ਜਿਹੜੇ ਉਹਦੇ ਨਾਲ ਚੱਲ ਕੇ ਆਏ ਸਨ ਸਾਰਿਆਂ ਨੂੰ ਹੀ ਬਾਬਾ ਪ੍ਰਿਥੀ ਚੰਦ ਨੇ ਸਿਰਪਾਓ ਆਦਿਕ ਵੀ ਦਿੱਤਾ। ਗੱਲਬਾਤ ਚੰਗੀ ਕਰ ਲਈ ਹੈ। ਕਿਹਾ ਵੀ ਤੂੰ ਮੇਰਾ ਮਿੱਤਰ ਹੈ, ਤੂੰ ਜਿੱਥੇ ਵੀ ਮੈਨੂੰ ਯਾਦ ਕਰੇਂਗਾ ਨਾ, ਮੈਂ ਤੇਰੇ ਕੰਮ ਵਿੱਚ ਭੱਜ ਕੇ ਆਇਆ ਕਰਾਂਗਾ, ਤੇਰੇ ਕੰਮ ਮੇਰੇ ਕੰਮ ਹੋਣਗੇ। ਸੁਲੀ ਖਾਨ ਨੇ ਇਹ ਧਰਵਾਸ, ਇਹ ਭਰੋਸਾ ਦਿੱਤਾ ਬਾਬੇ ਪ੍ਰਿਥੀ ਚੰਦ ਨੂੰ। ਤੇ ਫਿਰ ਬਾਬਾ ਪ੍ਰਿਥੀ ਚੰਦ ਕਹਿਣ ਲੱਗਾ ਗੁਰਤਾ ਗੱਦੀ ਤੇ ਮੇਰਾ ਅਧਿਕਾਰ ਸੀ। ਮੇਰਾ ਛੋਟਾ ਭਰਾ ਗੁਰੂ ਅਰਜਨ ਸਾਹਿਬ, ਉਹਨੇ ਇਹ ਗੁਰਤਾ ਗੱਦੀ ਹਾਸਲ ਕਰ ਲਈ ਹੈ। ਮੈਨੂੰ ਕਿਸੇ ਤਰ੍ਹਾਂ ਕਰਕੇ ਇਹ ਗੁਰਤਾ ਗੱਦੀ ਦਾ ਤਖਤ ਚਾਹੀਦਾ। ਗੁਰੂ ਮੈਂ ਬਣਨਾ ਚਾਹੁੰਦਾ। ਪਿਤਾ ਗੁਰੂ ਮੈਨੂੰ ਹੀ ਇਹ ਮੋਹਰ ਲਾ ਕੇ ਗਏ ਨੇ ਕਿ ਜਿਹੜਾ ਘਰ ਵਿੱਚ ਵੱਡਾ ਅਸਲ ਵਿੱਚ ਉਹੀ ਉੱਤਰਾਧਿਕਾਰੀ ਬਣਦਾ ਹੈ। ਫਿਰ ਇਸ ਤੋਂ ਅੱਗੇ ਕਵੀ ਸੰਤੋਖ ਸਿੰਘ ਨੇ ਗੁਰੂ ਅਰਜਨ ਸਾਹਿਬ ਜੀ ਦੀ ਮਹਿਮਾ ਬਿਆਨ ਕੀਤੀ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜੀ ਵਰਗਾ ਇਸ ਦੁਨੀਆ ਤੇ ਕੋਈ ਨਹੀਂ ਹੈ। ਗੁਰੂ ਅਰਜਨ ਸਾਹਿਬ ਚਾਹੁਣ ਉਹ ਨਰਕ ਵਿੱਚੋਂ ਕੱਢ ਕੇ ਸਵਰਗ ਵਿੱਚ ਪਾ ਸਕਦੇ ਆ ਤੇ ਸਵਰਗ ਵਿੱਚੋਂ ਕੱਢ ਕੇ ਨਰਕ ਵਿੱਚ ਪਾ ਸਕਦੇ ਨੇ। ਇੰਨੀ ਸਮਰੱਥਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਵਿੱਚ। ਉਹਨਾਂ ਦੀ ਸਮਰੱਥਾ ਨੂੰ ਸੰਗਤ ਜੀ ਬਿਆਨ ਨਹੀਂ ਕੀਤਾ ਜਾ ਸਕਦਾ। ਸਿੱਖ ਸੇਵਕ ਜਿਹੜੇ ਨੇ ਬੜੀ ਭਾਵਨਾ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਅਰਦਾਸਾਂ ਬੇਨਤੀਆਂ ਕਰਦੇ ਨੇ। ਇਤਿਹਾਦਕ ਇਹ ਪ੍ਰਸੰਗ ਆਪ ਜੀ ਨੇ ਪਿਛਲੇ ਦਿਨਾਂ ਵਿੱਚ ਸਰਵਣ ਕੀਤਾ ਹੈ। ਆਓ ਅੱਜ ਦੇ ਪ੍ਰਸੰਗ ਵਿੱਚ ਜਿਵੇਂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰ ਰਹੇ ਨੇ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਤੇ ਭਾਵਨਾ ਦੇ ਸਹਿਤ ਹੋ ਕੇ ਗੁਰੂ ਦੇ ਪਾਵਨ ਇਤਿਹਾਸ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿਓ ਪਿਤਾ ਕੀ ਆਇਸ ਮੋਹੇ,
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਸਮੇਂ ਗੁਰੂ ਰਾਮਦਾਸ ਮਹਾਰਾਜ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਏ ਨੇ, ਪਾਤਸ਼ਾਹ ਜੀ ਦੇ ਦੁਸਹਿਰੇ ਤੋਂ ਬਾਅਦ ਕੁਝ ਦਿਨ ਗੁਰੂ ਅਰਜਨ ਸਾਹਿਬ ਜੀ ਗੋਬਿੰਦਵਾਲ ਸਾਹਿਬ ਰਹੇ ਨੇ। ਤੇ ਮਹਾਰਾਜ ਸਾਹਿਬ ਨੇ ਸੋਚਿਆ ਵੀ ਹੁਣ ਗੋਬਿੰਦਵਾਲ ਸਾਹਿਬ ਰਹਿਣਾ ਜ਼ਿਆਦਾ ਚਿਰ ਸਾਡਾ ਇੱਥੇ ਠੀਕ ਨਹੀਂ ਹੈ। ਇੱਥੇ ਨਾਨਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਰਿਵਾਰ ਰਹਿ ਰਿਹਾ ਹੈ। ਇਸ ਪਰਿਵਾਰ ਨੂੰ ਇੱਥੇ ਰਹਿਣਾ ਚਾਹੀਦਾ ਹੈ। ਇਹ ਨਾਨੇ ਗੁਰੂ ਦਾ ਪਰਿਵਾਰ ਜੋ ਹੈ ਉਹ ਬਹੁਤ ਵਧੇ ਅਤੇ ਫੁੱਲੇ। ਗੁਰੂ ਅਰਜਨ ਸਾਹਿਬ ਜੀ ਇਸ ਤਰ੍ਹਾਂ ਸੋਚ ਰਹੇ ਨੇ। ਕਹਿੰਦੇ ਨੇ ਕਿ ਸਾਨੂੰ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਹੈ, ਸਾਨੂੰ ਹੁਕਮ ਹੈ ਕਿ ਅੰਮ੍ਰਿਤਸਰ ਸਰੋਵਰ ਨੂੰ ਤੁਸੀਂ ਤਿਆਰ ਕਰਨਾ ਤੇ ਉਸ ਸਰੋਵਰ ਦੇ 4 ਚੁਫੇਰੇ ਤੁਸੀਂ ਸੁੰਦਰ ਪੌੜ ਬਣਾਉਣੇ ਹਨ। ਕਾਰ ਸੁਦਾਸਰ ਕਰਬੇ ਜੋਹੇ। ਅੰਮ੍ਰਿਤਸਰ ਸਰੋਵਰ ਦਾ ਕਾਰਜ ਤੁਸੀਂ ਕਰਨਾ ਹੈ। ਸਰੋਵਰ ਨੂੰ ਤਿਆਰ ਕਰਕੇ ਉਹਦੇ ਵਿੱਚ ਐਨ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਤੁਸੀਂ ਜੋ ਹੈ ਉਹ ਕਰਾਉਣੀ ਹੈ। ਇਹ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰੂ ਅਰਜਨ ਸਾਹਿਬ ਨੂੰ ਹੁਕਮ ਸੀ। ਤਹਾਂ ਪਹੁੰਚ ਹਮ ਚਾਹਤ ਕਰਾਈ। ਗੁਰੂ ਅਰਜਨ ਸਾਹਿਬ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਨੂੰ, ਦੋਵੇਂ ਮਾਮਾ ਜੀ ਨੂੰ ਕਹਿ ਰਹੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਜਾ ਕੇ ਉੱਥੇ ਸੇਵਾ ਕਰਾਈਏ। ਇਹ ਸਾਡੇ ਮਨ ਦੀ ਇੱਛਾ ਹੈ ਕਿ ਪਿਤਾ ਗੁਰੂ ਜੀ ਦਾ ਹੁਕਮ ਹੈ ਉਹ ਅਸੀਂ ਸੱਤ ਕਰਕੇ ਮੰਨਣਾ ਤੇ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਅਤੇ ਸਰੋਵਰ ਦੀ ਸੇਵਾ ਜੋ ਹੈ ਉਹ ਕਰਾਉਣੀ ਹੈ। ਇਮ ਕਹਿ ਮਾਤੁਲ ਆਗਿਆ ਪਾਈ। ਇਸ ਤਰ੍ਹਾਂ ਕਹਿ ਕੇ ਗੁਰੂ ਅਰਜਨ ਸਾਹਿਬ ਜੀ ਨੇ ਮਾਮਾ ਜੀ ਤੋਂ, ਗੋਬਿੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਚੱਲਣ ਦੀ ਆਗਿਆ ਪ੍ਰਾਪਤ ਕੀਤੀ ਹੈ ਕਿ ਹੁਣ ਤੁਸੀਂ ਸਾਨੂੰ ਆਗਿਆ ਦਿਓ। ਤਿਆਰੀ ਕਰੀ ਸਗਲ ਸੰਗ ਮਿਲੇ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ, ਸੇਵਕਾਂ ਨੇ ਤਿਆਰੀ ਕੀਤੀ ਹੈ ਗੋਬਿੰਦਵਾਲ ਸਾਹਿਬ ਦੀ ਧਰਤੀ ਤੋਂ। ਜੋ ਵੀ ਕੋਈ ਸਾਜੋ ਸਮਾਨ, ਕੱਪੜਾ ਟਾਕੀ ਲੈਣਾ ਸੀ, ਆਪਣੇ ਬਸਤਰ ਆਦਿਕ ਉਹ ਵੀ ਬੰਨੇ ਹਨ ਤੇ ਸਾਰਿਆਂ ਨੂੰ ਸਤਿਗੁਰੂ ਸਾਹਿਬ ਜੀ ਮਿਲੇ ਹਨ। ਚੜ ਵਾਹਨ ਪਰ ਮਾਰਗ ਚੱਲੇ। ਤੇ ਵਾਹਨ ਅਸਵਾਰੀ ਦੇ ਉੱਤੇ ਚੜ੍ਹ ਕੇ ਸਤਿਗੁਰੂ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਦੇ ਰਸਤੇ ਨੂੰ ਚੱਲ ਪਏ ਹਨ। ਨਿਸ ਇੱਕ ਬਸ ਕੈ ਪੰਥ ਮਝਾਰਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਰਾਤ ਰਸਤੇ ਦੇ ਵਿੱਚ ਬਸੇ ਹਨ। ਜਿੱਥੇ ਰਾਤ ਪਈ ਹੈ ਉੱਥੇ ਸਤਿਗੁਰੂ ਸਾਹਿਬ ਜੀ ਨੇ ਆਪਣਾ ਟਿਕਾਣਾ ਕੀਤਾ ਹੈ। ਪਹੁੰਚਤ ਭੇ ਸਤਿਗੁਰੂ ਉਦਾਰਾ। ਫਿਰ ਅਗਲੀ ਸਵੇਰ ਹੁੰਦਿਆਂ ਸਾਰ ਹੀ ਸ੍ਰੇਸ਼ਟ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਵਿਖੇ ਪਹੁੰਚ ਗਏ ਹਨ। ਪਿਤਾ ਸਥਾਨ ਮਾਥ ਕੋ ਟੇਕਾ। ਜੋ ਅਸਥਾਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ, ਉਸ ਅਸਥਾਨ ਤੇ ਆ ਕੇ ਬੜੇ ਅਦਬ ਸਹਿਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਮੱਥਾ ਟੇਕਿਆ, ਆਪਣਾ ਸੀਸ ਨਿਵਾਇਆ ਹੈ। ਨਿਜ ਗ੍ਰਹਿ ਪ੍ਰਵੇਸ਼ੇ ਜਲਦ ਬਬੇਕਾ। ਫਿਰ ਮੱਥਾ ਟੇਕਣ ਤੋਂ ਬਾਅਦ ਗਿਆਨ ਦੇ ਸਮੁੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਘਰ ਵਿਖੇ ਪ੍ਰਵੇਸ਼ ਕੀਤੇ ਹਨ। ਬਸਨ ਲਗੇ ਸ਼੍ਰੀ ਅੰਮ੍ਰਿਤਸਰ ਮੈਂ। ਹਾਂਜੀ, ਹੁਣ ਅੰਮ੍ਰਿਤਸਰ ਦੇ ਵਿੱਚ ਹੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਬਸਨ ਅਤੇ ਰਸਨ ਲੱਗੇ ਹਨ। ਸਿਮਰੈ ਸਤਿਗੁਰ ਆਗਿਆ ਉਰ ਮੈਂ। ਤੇ ਆਪਣੇ ਹਿਰਦੇ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਗਿਆ ਨੂੰ ਸਿਮਰਦੇ ਹਨ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਸਾਡੇ ਤਾਈਂ ਹੁਕਮ ਕੀਤਾ ਹੈ, ਉਸ ਆਗਿਆ ਨੂੰ ਮਹਾਰਾਜ ਆਪਣੇ ਮਨ ਵਿੱਚ ਚੇਤੇ ਕਰਦੇ ਹਨ। ਸੰਗਤ ਸਕਲ ਆਏ ਕਰ ਪਾਸ। ਹਾਂਜੀ, ਜਿਹੜੀ ਸੰਗਤ ਨੂੰ ਪਤਾ ਲੱਗਾ ਵੀ ਗੁਰੂ ਅਰਜਨ ਸਾਹਿਬ ਮਹਾਰਾਜ
ਗੋਬਿੰਦਵਾਲ ਸਾਹਿਬ ਦੀ ਧਰਤੀ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ ਨੇ, ਉਹ ਸਾਰੀ ਸੰਗਤ ਮਿਲ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਉਂਦੀ ਹੈ। ਅਰਪੈ ਭੇਟ ਕਰਹਿ ਅਰਦਾਸ, ਤੇ ਸਿੱਖ ਭੇਟਾਵਾਂ ਅਰਪਣ ਕਰਦੇ ਨੇ, ਜੋ ਵੀ ਕਿਸੇ ਦੀ ਸ਼ਰਧਾ ਵਾ। ਤੇ ਫਿਰ ਭੇਟਾ ਅਰਪਣ ਕਰਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਨਗਰ ਆਗਰੇ ਤੇ ਕਰ ਬਾਸ, ਜਿਹੜੀ ਸੰਗਤ ਆਗਰੇ ਵਿਖੇ ਵਾਸਾ ਕਰਦੀ ਹੈ। ਪਿਛਲੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਜੋ ਕਿ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਗਿਆ ਪਾ ਕੇ ਆਗਰੇ ਦੀ ਧਰਤੀ ਤੇ ਪ੍ਰਚਾਰ ਵਾਸਤੇ ਗਏ ਨੇ। ਤੇ ਉੱਥੇ ਜਾ ਕੇ ਭਾਈ ਗੁਰਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ। ਤੇ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਿ ਨਗਰ ਆਗਰੇ ਤੇ ਕਰ ਬਾਸ, ਜਿਹੜੀ ਸੰਗਤ ਆਗਰੇ ਨਗਰ ਵਿਖੇ ਵਾਸਾ ਕਰਦੀ ਹੈ। ਸੰਗਤ ਬ੍ਰਿੰਦ ਸੰਗ ਗੁਰਦਾਸ, ਬਹੁਤ ਸੰਗਤ ਅਤੇ ਨਾਲ ਉਹਨਾਂ ਦੇ ਭਾਈ ਗੁਰਦਾਸ ਸਾਹਿਬ ਜੀ ਹਨ। ਗੁਰ ਦਰਸ਼ਨ ਕੇ ਕਾਰਨ ਆਵਤ, ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਦੇ ਵਾਸਤੇ ਆਗਰੇ ਤੋਂ ਸੰਗਤ ਜੋ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਸਮੇਤ ਚੱਲ ਕੇ ਆ ਰਹੇ ਹਨ। ਪ੍ਰੇਮ ਸਹਿਤ ਸ਼ਬਦਨ ਕੋ ਗਾਵਤ, ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦਾ ਸ਼ਬਦ ਕੀਰਤਨ ਗਾਉਂਦੇ ਨੇ, ਸ਼ਬਦ ਕੀਰਤਨ ਕਰਦੇ ਹਨ ਜੋਟੀਆਂ ਬਣਾ ਕੇ। ਅੱਜ ਵੀ ਤੁਸੀਂ ਦੇਖਦੇ ਹੋ ਰਾਤ ਨੂੰ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਕੱਢੀ ਜਾਂਦੀ ਹੈ, ਸੰਗਤ ਜੋ ਹੈ ਰਲ ਮਿਲ ਕੇ ਉਹ ਸ਼ਬਦ ਕੀਰਤਨ ਕਰਦੀ ਹੈ। ਇਹ ਆਦ ਤੋਂ ਹੀ ਪਰੰਪਰਾ ਗੁਰੂ ਘਰ ਵਿੱਚ ਚੱਲੀ ਆ ਰਹੀ ਹੈ। ਕਿਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਸੰਗਤ ਜੀ ਕੈਦ ਸਨ, ਤੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਵਰਗੇ ਸਿੱਖ ਇਹ ਪਿੰਡਾਂ ਨਗਰਾਂ ਸ਼ਹਿਰਾਂ ਦੇ ਵਿੱਚ ਸੰਗਤ ਨੂੰ ਸੁਚੇਤ ਕਰਦੇ ਹੋਏ ਆਪਣੇ ਹੱਥ ਵਿੱਚ ਮਿਸਾਲਾਂ ਫੜ ਕੇ ਸੰਗਤ ਨੂੰ ਜਾਗਰਤ ਕਰਦੇ ਹੋਏ ਸ਼ਬਦ ਕੀਰਤਨ ਪੜ੍ਹਦੇ। ਤੇ ਸੰਗਤ ਜੀ ਗਵਾਲੀਅਰ ਦੇ ਕਿਲ੍ਹੇ ਵੱਲ ਜਾਂਦੇ, ਫਿਰ ਸ਼ਬਦ ਕੀਰਤਨ ਪੜ੍ਹਦੇ ਹੀ ਵਾਪਸ ਆਉਂਦੇ। ਇਹ ਆਦ ਤੋਂ ਹੀ ਚੱਲੇ ਆ ਰਿਹਾ ਕਿ ਸੰਗਤ ਜੋ ਹੈ ਰਲ ਮਿਲ ਕੇ ਪ੍ਰੇਮ ਦੇ ਸਹਿਤ ਸ਼ਬਦ ਪੜ੍ਹਦੀ ਆ ਰਹੀ ਹੈ। ਸੰਗਤ ਮਿਲੇ ਕੀਰਤਨ ਕਰੇ, ਤੇ ਸੰਗਤ ਆਪਸ ਵਿੱਚ ਮਿਲ ਕਰਕੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੀ ਹੈ। ਸ਼ਰਮਤ ਹੋਏ ਟਿਕ ਹੈ ਨਿਸ ਪਰੇ, ਹੁਣ ਪੈਦਲ ਹੀ ਚੱਲ ਕੇ ਆ ਰਹੇ ਹਨ। ਜਿੱਥੇ ਸੰਗਤ ਨੂੰ ਥਕਾਵਟ ਹੋ ਜਾਂਦੀ ਹੈ ਰਾਤ ਦੇ ਸਮੇਂ, ਉੱਥੇ ਉਹ ਆਪਣਾ ਆਰਾਮ ਫਰਮਾਉਂਦੇ ਨੇ, ਉੱਥੇ ਬਸੇਰਾ ਕਰ ਲੈਂਦੇ ਹਨ। ਪ੍ਰਥਮ ਜਾਮ ਅਰ ਪਾਛਲ ਜਾਮੂ, ਪਹਿਰ ਰਾਤ ਰਹਿੰਦੀ, ਭਾਵ ਜਦੋਂ ਸਵੇਰ ਹੁੰਦੀ ਹੈ ਥੋੜਾ ਸਮਾਂ ਰਹਿ ਜਾਂਦਾ ਹੈ ਅੰਮ੍ਰਿਤ ਵੇਲਾ ਹੋਣ ਨੂੰ, ਤੇ ਗੁਰੂ ਕੀ ਸੰਗਤ ਉੱਠਦੀ ਹੈ ਆਪਣਾ ਇਸ਼ਨਾਨ ਪਾਨ ਕਰਕੇ। ਗਾਵਤ ਸੰਗਤ ਕੀਰਤ ਨਾਮੂ, ਤੇ ਉਸ ਅਕਾਲ ਪੁਰਖ ਦੇ ਨਾਮ ਦੀ ਸੰਗਤ ਕੀਰਤੀ ਕਰਦੀ ਹੈ, ਸੰਗਤ ਵਡਿਆਈ ਕਰਦੀ ਹੈ ਉਸ ਪਰਮਾਤਮਾ ਦੀ। ਕਿਉਂਕਿ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਵੇਲਾ ਹੀ ਵਡਿਆਈ ਵਿਚਾਰ ਦਾ ਸਮਾਂ ਬਖਸ਼ਿਸ਼ ਕੀਤਾ ਹੈ ਕਿ ਸਿੱਖ ਨੇ ਅੰਮ੍ਰਿਤ ਵੇਲਾ ਸੰਭਾਲਣਾ ਹੈ। ਅੰਮ੍ਰਿਤ ਵੇਲੇ ਉੱਠ ਕੇ ਸਿੱਖ ਨੇ ਇਸ਼ਨਾਨ ਪਾਨ ਕਰਕੇ ਫਿਰ ਬਾਣੀ ਪੜ੍ਹਨੀ ਹੈ, ਪਰਮੇਸ਼ਵਰ ਦੇ ਨਾਮ ਦੀ ਵਡਿਆਈ ਵਿਚਾਰ ਕਰਨੀ ਹੈ। ਪੰਥ ਚਲਤ ਮਿਲ ਕੀਰਤਨ ਕਰੈ, ਇਸ ਤਰ੍ਹਾਂ ਸੰਗਤ ਜਿਹੜੀ ਆਗਰੇ ਤੋਂ ਚੱਲ ਕੇ ਆ ਰਹੀ ਹੈ ਤੇ ਸੰਗਤ ਜੀ ਮਿਲ ਕਰਕੇ ਉਹ ਕੀਰਤਨ ਕਰਦੇ ਹਨ। ਸਤਿਗੁਰ ਪ੍ਰੇਮ ਮਹਾ ਉਰ ਧਰੈ, ਤੇ ਸਤਿਗੁਰੂ ਦੇ ਵੱਡੇ ਪ੍ਰੇਮ ਨੂੰ ਆਪਣੇ ਮਨ ਵਿੱਚ ਧਾਰਨ ਕਰਕੇ ਬੜੀ ਭਾਵਨਾ ਅਤੇ ਸ਼ਰਧਾ ਦੇ ਸਹਿਤ ਹੋ ਕੇ ਸੰਗਤ ਜੋ ਹੈ ਉਹ ਸ਼ਬਦ ਕੀਰਤਨ ਕਰਦੀ ਹੈ। ਇਮ ਦਿਨ ਪ੍ਰਤ ਸੰਗਤ ਚੱਲ ਆਵਤ, ਇਸ ਤਰ੍ਹਾਂ ਸੰਗਤ ਜੀ ਦਿਨ ਪਰ ਦਿਨ ਭਾਵ ਕਿ ਹਰ ਰੋਜ਼ ਚਲਦਿਆਂ ਹੋਇਆਂ
ਸੰਗਤ ਜਿਹੜੀ ਹੈ ਉਹ ਚੱਲ ਕੇ ਆ ਰਹੀ ਹੈ। ਮੁਖ ਗੁਰਦਾਸ ਸਭਨ ਹਰ ਖਾਵਤ। ਭਾਈ ਗੁਰਦਾਸ ਸਾਹਿਬ ਜੀ ਇਹਨਾਂ ਸੰਗਤ ਵਿੱਚੋਂ ਸਾਰਿਆਂ ਦੇ ਮੁਖੀ ਨੇ ਤੇ ਗੁਰੂ ਦੇ ਗਿਆਨ ਦੀਆਂ ਬਾਤਾਂ, ਗੁਰੂ ਦਾ ਇਤਿਹਾਸ ਸੁਣਾ ਕੇ, ਗੁਰੂ ਕੀ ਬਾਣੀ ਸੁਣਾ ਕੇ ਭਾਈ ਸਾਹਿਬ ਜੀ ਸਾਰਿਆਂ ਨੂੰ ਖੁਸ਼ੀ ਦੇ ਸਹਿਤ ਆਗਰੇ ਤੋਂ ਲੈ ਕਰਕੇ ਆ ਰਹੇ ਹਨ। ਤੀਰ ਬਿਪਾਸਾ ਕੀ ਤਬ ਆਏ। ਸੰਗਤ ਜੀ ਜਦੋਂ ਗੋਬਿੰਦਵਾਲ ਸਾਹਿਬ ਦੇ ਨੇੜੇ ਬਿਆਸ ਦਰਿਆ ਪੈਂਦਾ ਤੇ ਉਸ ਬਿਆਸ ਦਰਿਆ ਦੇ ਕਿਨਾਰੇ ਚੱਲ ਕੇ ਸਾਰੀ ਸੰਗਤ ਅਤੇ ਭਾਈ ਗੁਰਦਾਸ ਸਾਹਿਬ ਜੀ ਚੱਲ ਕੇ ਆਏ ਹਨ। ਜਲ ਗੰਭੀਰ ਥਾਹ ਨਹਿ ਪਾਏ। ਤੇ ਅੱਗੇ ਕੀ ਦੇਖਿਆ ਵੀ ਬਿਆਸ ਦਰਿਆ ਦੇ ਵਿੱਚ ਲਬੋ ਲਬ ਜਿਹੜਾ ਜਲ ਹੈ, ਪਾਣੀ ਉਹ ਭਰਿਆ ਪਿਆ, ਕੋਈ ਵੀ ਥਾਂ ਨਹੀਂ ਹੈ ਨਿਕਲਣ ਵਾਸਤੇ, ਦਰਿਆ ਨੂੰ ਪਾਰ ਕਰਨ ਵਾਸਤੇ। ਨਿਕਟ ਤਰੀ ਨਹਿ ਉਤਰਹਿ ਪਾਰ। ਕੋਈ ਵੀ ਉਸ ਸਮੇਂ ਬੇੜੀ ਵੀ ਕੋਲ ਨਹੀਂ ਸੀ, ਜਿਹੜੀ ਬੇੜੀ ਵਿੱਚ ਬੈਠ ਕੇ ਬਿਆਸ ਦਰਿਆ ਨੂੰ ਪਾਰ ਕਰ ਸਕਣ। ਠਾਂਡੇ ਰਹਿ ਨਦੀ ਕਿਨਾਰ। ਤੇ ਨਦੀ ਦੇ ਕਿਨਾਰੇ ਖੜ ਕੇ ਵੇਖਦੇ ਨੇ ਕਿ ਕਿੱਧਰ ਗਏ ਬੇੜੀਆਂ ਵਾਲੇ। ਨਾ ਉੱਥੇ ਕੋਈ ਬੇੜੀ ਹੈ ਤੇ ਨਾ ਬੇੜੀਆਂ ਨੂੰ ਚਲਾਉਣ ਵਾਲੇ ਹਨ। ਬਸੇ ਜਾਮਨੀ ਜੇ ਇਸ ਥਾਨ। ਭਾਈ ਗੁਰਦਾਸ ਸਾਹਿਬ ਜੀ ਆਪਣੇ ਮਨ ਵਿੱਚ ਇਹ ਸੋਚਦੇ ਆ, ਜੇਕਰ ਇੱਥੇ ਰਾਤ ਨੂੰ ਅਸੀਂ ਟਿਕਾਣਾ ਕਰ ਲਈਏ, ਜੇ ਅੱਜ ਦੀ ਰਾਤ ਇੱਥੇ ਟਿਕ ਜਾਈਏ, ਆਵੇ ਨੌਕਾ ਪ੍ਰਾਤੀ ਜਾਨ। ਤੇ ਸਵੇਰੇ ਨੌਕਾ ਦਾ ਅਰਥ ਹੈ ਬੇੜੀ ਆਏਗੀ ਤੇ ਅਸੀਂ ਉਹਦੇ ਤੇ ਅਸਵਾਰ ਹੋ ਕੇ ਫਿਰ ਦਰਿਆ ਨੂੰ ਪਾਰ ਕਰ ਲਵਾਂਗੇ। ਇਹ ਭਾਈ ਗੁਰਦਾਸ ਸਾਹਿਬ ਜੀ ਮਨ ਵਿੱਚ ਸੋਚ ਰਹੇ ਆ ਕਿ ਅੱਜ ਦੀ ਰਾਤ ਇੱਥੇ ਹੀ ਟਿਕਦੇ ਆ ਦਰਿਆ ਦੇ ਕਿਨਾਰੇ, ਤੇ ਸਵੇਰ ਹੁੰਦਿਆਂ ਜਦੋਂ ਬੇੜੀ ਆਏਗੀ ਤੇ ਉਹਦੇ ਵਿੱਚ ਆਪਣਾ ਸਾਜੋ ਸਮਾਨ ਅਸਵਾਰ ਹੋ ਕੇ ਇਸ ਬਿਆਸ ਦਰਿਆ ਨੂੰ ਪਾਰ ਕਰ ਲਵਾਂਗੇ। ਸਕਲ ਵਸਤ ਤੇ ਰਹਿ ਆਓ ਖਾਈ। ਭਾਈ ਸਾਹਿਬ ਜੀ ਸੋਚਦੇ ਆ ਵੀ ਸਾਰੀਆਂ ਵਸਤੂਆਂ ਸਾਡੇ ਕੋਲ ਨੇ ਤੇ ਬੜਾ ਔਖਾ ਜਿਹਾ ਕੰਮ ਹੋ ਜਾਣਾ, ਇੱਥੇ ਰਾਤ ਵੀ ਠਹਿਰੇ ਆ। ਸੰਗਤ ਸਗਰੀ ਸ਼ਰਮ ਕੋ ਪਾਈ। ਇਹ ਸਾਰੀ ਸੰਗਤ ਕਈ ਦਿਨਾਂ ਤੋਂ ਚੱਲ ਕੇ ਆ ਰਹੀ ਹੈ, ਸੰਗਤ ਨੂੰ ਥਕਾਵਟ ਵੀ ਹੈ। ਤੇ ਇੱਥੇ ਬਿਆਸ ਦਰਿਆ ਦੇ ਕਿਨਾਰੇ ਕਿਵੇਂ ਆਪਣਾ ਟਿਕਾਣਾ ਕਰਾਂਗੇ, ਕਿਵੇਂ ਇੱਕ ਰਾਤ ਇੱਥੇ ਬਤੀਤ ਕਰਾਂਗੇ। ਏਵ ਵਿਚਾਰਤ ਔਰ ਗੁਰਦਾਸ। ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਆਪਣੇ ਹਿਰਦੇ ਵਿੱਚ ਵਿਚਾਰਦੇ ਨੇ ਵੀ ਕਿਵੇਂ ਕਰੀਏ, ਬੇੜੀ ਵੀ ਹੈ ਨਹੀਂ, ਰਾਤ ਇੱਥੇ ਰੁਕਾਂਗੇ ਤੇ ਬੜੀ ਔਖਾਈ ਜੀ ਹੋਣੀ ਹੈ, ਕਿਵੇਂ ਇੱਥੇ ਸਮਾਂ ਗੁਜ਼ਾਰਾਂਗੇ। ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਆਪਣੇ ਮਨ ਵਿੱਚ ਇਹ ਵਿਚਾਰ ਕਰਦੇ ਆ। ਇੱਕ ਸਿੱਖ ਪਟਤ ਉਤੋ ਥਿਤ ਪਾਸ। ਇੱਕ ਗੁਰੂ ਕਾ ਸਿੱਖ ਭਾਈ ਗੁਰਦਾਸ ਸਾਹਿਬ ਜੀ ਦੇ ਪਾਸ ਹੀ ਖਲੋਤਾ ਸੀ ਤੇ ਉਸ ਸਿੱਖ ਨੇ ਇੱਕ ਪਾਵਨ ਬਾਣੀ ਵਿੱਚੋਂ ਸ਼ਬਦ ਪੜ੍ਹਿਆ। ਉਹ ਸ਼ਬਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ। ਇਹ ਪਾਵਨ ਬਚਨ ਧਨਾਸਰੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੇ ਆਰੰਭਤਾ ਦੇ ਬੋਲ ਹਨ, ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ। ਸਤਿਗੁਰੂ ਸਾਹਿਬ ਜੀ ਕਹਿੰਦੇ ਆ ਵੀ ਜੋ ਗੁਰੂ ਦਾ ਬਚਨ ਹੈ, ਗੁਰੂ ਦਾ ਸ਼ਬਦ ਹੈ, ਜੋ ਗੁਰੂ ਦਾ ਨਾਮ ਹੈ, ਉਹ ਇਸ ਜਿੰਦ ਦੇ ਨਾਲ ਵਸਦਾ, ਉਹ ਜਿੰਦ ਦੇ ਹਮੇਸ਼ਾ ਨਾਲ ਰਹਿੰਦਾ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਐਸਾ ਗੁਰੂ ਦਾ ਬਚਨ ਆਤਮਾ ਦੇ ਜੋ ਨਾਲ ਰਹਿੰਦਾ ਹੈ। ਮਹਾਰਾਜ ਸਾਹਿਬ ਕਹਿੰਦੇ ਆ ਵੀ ਜਲ ਨਹੀਂ ਡੂਬੈ, ਉਹਨੂੰ ਪਾਣੀ ਡੂਬ ਨਹੀਂ ਸਕਦਾ। ਤਸਕਰ ਨਹੀਂ ਲੇਵੈ, ਤਸਕਰ ਕਹਿੰਦੇ ਆ ਜੀ ਚੋਰ ਨੂੰ।
ਕੋਈ ਚੋਰ ਉਸ ਨੂੰ ਚੁਰਾ ਨਹੀਂ ਸਕਦਾ, ਭਾਹੇ ਨਾ ਸਾਕੈ ਜਾਲੇ। ਤੇ ਭਾਹੇ ਦਾ ਅਰਥ ਹੈ ਅੱਗ ਜਿਹੜੀ ਹੈ ਉਸ ਗੁਰੂ ਦੇ ਬਚਨ ਨੂੰ ਸਾੜ ਨਹੀਂ ਸਕਦੀ। ਇਹ ਪੰਕਤੀ ਜਦੋਂ ਇੱਕ ਸਿੱਖ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਪਾਸ ਖੜੋ ਕੇ ਪੜ੍ਹੀ ਹੈ, ਰਹਾਓ। ਵਿਸ਼ਰਾਮ ਦੇ ਕੇ ਸਤਿਗੁਰੂ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਚਾਉ ਪਈ ਸੁਨ ਗੁਰਦਾਸ ਵਿਚਾਰਤ ਹਿਰਦੈ। ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਇਹ ਸਿੱਖ ਨੇ ਪੰਕਤੀ ਪੜ੍ਹੀ ਨਾ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਮਨ ਵਿੱਚ ਵਿਚਾਰਿਆ ਹੈ ਇਸ ਪੰਕਤੀ ਨੂੰ ਸੁਣ ਕੇ। ਗੁਰ ਸਮਝਾਏ ਨਾ ਡੂਬਹਿ ਕਦੈ। ਕਹਿੰਦੇ ਨੇ ਭਾਈ ਸਾਹਿਬ ਜੀ ਕਿ ਗੁਰੂ ਨੇ ਸਮਝਾਇਆ ਪਾਵਨ ਬਾਣੀ ਵਿੱਚ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਂਦਾ ਹੈ ਨਾ, ਉਹ ਕਦੇ ਵੀ ਡੁੱਬਦੇ ਨਹੀਂ ਹਨ। ਭਾਵੇਂ ਉਹ ਪ੍ਰਤੱਖ ਸਮੁੰਦਰ ਹੋਵੇ ਤੇ ਭਾਵੇਂ ਉਹ ਆਤਮਿਕ ਤੌਰ ਤੇ ਇਹ ਸੰਸਾਰ ਅਸੀਂ ਜੋ ਦੇਖ ਰਹੇ ਹਾਂ ਇਹ ਹੋਵੇ, ਕਿਉਂਕਿ ਗੁਰੂ ਬੜਾ ਸਮਰੱਥ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਆ ਨਾ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਾਹ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੂ ਤਾਰਨ ਹਾਰੇ। ਗੁਰੂ ਤੇ ਸਾਨੂੰ ਇੱਥੇ ਵੀ ਰੱਖਣ ਵਾਲਾ ਹੈ। ਗੁਰੂਦੇਵ ਤਾਂ ਬਾਣੀ ਵਿੱਚ ਕਹਿੰਦੇ ਆ ਕਿ ਪ੍ਰਤਪਾਲ ਮਾਤਾ ਉਦਰ ਰੱਖੈ, ਲਗਨ ਦੇਤ ਨਾ ਸੇਕ। ਸੋਈ ਸੁਆਮੀ ਇਹਾਂ ਰੱਖੈ, ਬੂਝ ਬੁੱਧ ਵਿਵੇਕ। ਜਿਹੜਾ ਮਾਂ ਦੇ ਗਰਭ ਵਿੱਚ ਤੇਰੀ ਰੱਖਿਆ ਕਰ ਸਕਦਾ ਹੈ, ਉਹ ਮਾਲਕ ਇੱਥੇ ਵੀ ਤੇਰੀ ਰੱਖਿਆ ਕਰਨ ਨੂੰ ਸਮਰੱਥ ਹੈ। ਤੂੰ ਉਸ ਨੂੰ ਸਮਝ, ਆਪਣੇ ਮਨ ਵਿੱਚ ਵਿਚਾਰ ਉਸ ਪਰਮਾਤਮਾ ਨੂੰ। ਸੋ ਭਾਈ ਸਾਹਿਬ ਕਹਿੰਦੇ ਆ ਵੀ ਗੁਰੂ ਨੇ ਸਮਝਾਇਆ ਕਿ ਜਿਹੜਾ ਸ਼ਬਦ ਦਾ ਆਸਰਾ ਲੈ ਲੈਂਦਾ ਨਾ, ਉਹ ਕਦੇ ਵੀ ਭਾਵ ਸਾਗਰ ਵਿੱਚ ਡੁੱਬਦਾ ਨਹੀਂ ਹੈ। ਸ਼ਬਦ ਆਸਰੇ ਹੋਵੋ ਪਾਰ। ਇਸ ਕਰਕੇ ਸ਼ਬਦ ਦੇ ਸਹਾਰੇ ਹੀ, ਸ਼ਬਦ ਦੇ ਆਸਰੇ ਹੀ ਇਸ ਜੀਵ ਨੇ ਇਸ ਭਵ ਸਾਗਰ ਤੋਂ ਪਾਰ ਹੋਣਾ ਹੈ। ਇਮ ਨਿਸ਼ਚਾ ਸਤਿਗੁਰ ਕੋ ਧਾਰ। ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਆ ਕਿ ਇਸ ਤਰ੍ਹਾਂ ਆਪਣੇ ਗੁਰੂ ਦਾ ਜੋ ਨਿਸ਼ਚਾ, ਗੁਰੂ ਦਾ ਭਰੋਸਾ ਜੋ ਹੈ ਆਪਣੇ ਮਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਸਭ ਸੰਗਤ ਕੋ ਕਹਾ 부ਝਾਈ। ਭਾਈ ਗੁਰਦਾਸ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਉੱਚੀ ਆਵਾਜ਼ ਦੇ ਨਾਲ ਸਮਝਾਇਆ। ਕਹਿਣ ਲੱਗੇ, ਸੁਣੋ, ਹਮ ਹੈ ਮੁਗਧ ਬੂਝ ਨਹਿ ਪਾਈ। ਅਸੀਂ ਮੂਰਖ ਹਾਂ, ਬੂਝ ਨਹਿ ਪਾਈ। ਇਸ ਗੱਲ ਨੂੰ ਸਮਝ ਨਹੀਂ ਪਾ ਰਹੇ ਕਿ ਜਿਹੜਾ ਗੁਰੂ ਦੇ ਸ਼ਬਦ ਦਾ ਆਸਰਾ ਲੈ ਲੈਂਦਾ ਹੈ, ਉਹ ਮਨੁੱਖ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਤੇ ਅਸੀਂ ਮੂਰਖ ਹਾਂ, ਇਸ ਗੱਲ ਨੂੰ ਅਸੀਂ ਸਮਝ ਨਹੀਂ ਪਾ ਰਹੇ। ਭਵਜਲ ਗੁਰ ਕੋ ਸ਼ਬਦ ਉਧਾਰੈ। ਗੁਰੂ ਦਾ ਸ਼ਬਦ ਤੇ ਭਵਜਲ ਤੋਂ ਸਾਡਾ ਪਾਰ ਉਤਾਰਾ ਕਰਨ ਵਾਲਾ ਹੈ। ਗੁਰੂ ਦਾ ਸ਼ਬਦ ਹੀ ਇਸ ਭਵ ਸਾਗਰ ਵਿੱਚੋਂ ਸਾਡਾ ਉਧਾਰ ਕਰਨ ਵਾਲਾ ਹੈ। ਇਹ ਬਪਰੀ ਕਿਆ ਨਦੀ ਨਾ ਤਾਰੈ। ਤੇ ਇਹ ਵਿਚਾਰੀ ਨਦੀ ਗੁਰੂ ਦੇ ਸ਼ਬਦ ਦੇ ਸਾਹਮਣੇ ਕੀ ਹੈ? ਗੁਰੂ ਦਾ ਸ਼ਬਦ ਤੇ ਭਵ ਸਾਗਰ ਤੋਂ ਸਾਨੂੰ ਪਾਰ ਉਤਾਰਾ ਕਰਨ ਵਾਲਾ ਹੈ, ਤੇ ਇਹ ਨਦੀ ਸ਼ਬਦ ਦੇ ਸਾਹਮਣੇ ਕੀ ਹੋ ਸਕਦੀ ਹੈ? ਧਰ ਸ਼ਰਦਾ ਗੁਰ ਕੋ ਬਚ ਮਾਨੋ। ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਸੰਗਤ ਜੀ, ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਤਾਈਂ ਸ਼ਰਧਾ ਰੱਖੋ, ਗੁਰ ਕੋ ਬਚ ਮਾਨੋ, ਤੇ ਆਪਣੇ ਗੁਰੂ ਦਾ ਬਚਨ ਜੋ ਹੈ ਉਹ ਮੰਨ ਲੈਣਾ ਕਰੋ। ਉਤਰੋ ਪਾਰ ਬਿਲਮ ਨਹਿ ਠਾਨੋ। ਇਸ ਤਰ੍ਹਾਂ ਤੁਸੀਂ ਛੇਤੀ ਹੀ ਇਸ ਬਿਆਸ ਦਰਿਆ ਨੂੰ ਪਾਰ ਕਰ ਲਵੋਗੇ, ਕੋਈ ਇਹਦੇ ਵਿੱਚ ਦੇਰੀ ਨਾ ਕਰੋ। ਸਤਨਾਮ ਗੁਰਦਾਸ ਉਚਾਰਾ। ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਕਹਿ ਕੇ ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ। ਸਭ ਤੋਂ ਪਹਿਲਾਂ ਆਪ ਨਦੀ ਦੇ ਵਿੱਚ ਪ੍ਰਵੇਸ਼ ਕੀਤਾ। ਆਪ ਨਦੀ ਦੇ ਵਿੱਚ ਗਏ ਹਨ ਭਾਈ ਗੁਰਦਾਸ ਸਾਹਿਬ ਜੀ, ਤੇ ਆਪਣੇ ਮੁਖ ਤੋਂ ਇਹ ਸ਼ਬਦ ਕਹਿ ਰਹੇ ਹਨ ਕਿ ਸਤਨਾਮ
ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਜਾਨੋ ਲਗ ਜਲ ਭਾਸਲਤਾ ਕੋ। ਕਬੀਰਾਜ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਐਸੇ ਗੁਰੂ ਦੀ ਸ਼ਬਦ ਦੀ ਬਰਕਤ ਹੋਈ, ਸ਼ਬਦ ਦੀ ਐਸੀ ਕਰਾਮਾਤ ਹੋਈ ਕਿ ਲੱਤ ਤੱਕ ਜਿਹੜਾ ਪਾਣੀ ਸੀ ਉਹ ਭਾਈ ਗੁਰਦਾਸ ਸਾਹਿਬ ਜੀ ਦੇ ਆਇਆ ਹੈ। ਸੰਗਤ ਸਗਲ ਦੇਖ ਕਰ ਤਾਂ ਕੋ। ਸਾਰੀ ਸੰਗਤ ਇਹ ਅਦਭੁਤ ਨਜ਼ਾਰਾ ਦੇਖ ਕਰਕੇ ਬੜੇ ਹੈਰਾਨ ਹੋ ਰਹੇ ਹਨ ਕਿ ਇਹ ਬਿਆਸ ਦਰਿਆ ਤੇ ਲੱਬੋ ਲੱਬ ਪਾਣੀ ਦੇ ਨਾਲ ਭਰਿਆ ਪਿਆ ਹੈ। ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਇਹ ਪਾਣੀ ਜੋ ਹੈ ਭਾਈ ਗੁਰਦਾਸ ਜੀ ਦੀਆਂ ਲੱਤਾਂ ਤੱਕ, ਗੋਡਿਆਂ ਤੱਕ ਹੀ ਪਾਣੀ ਆਇਆ ਹੈ ਤੇ ਸਾਰੀ ਸੰਗਤ ਦੇਖ ਕੇ ਬਹੁਤ ਹੈਰਾਨ ਹੋਈ ਹੈ। ਸਤਨਾਮ ਕੋ ਉਚਰਿਓ ਆਛੇ। ਤੇ ਸਤਨਾਮ ਵਾਹਿਗੁਰੂ ਦਾ ਜਾਪ ਦਾ ਜਾਪ ਕਰਦੇ ਹਨ ਬੜੇ ਪਿਆਰ ਅਤੇ ਸਤਿਕਾਰ ਦੇ ਸਹਿਤ। ਗਮਨ ਕੀਨ ਗੁਰਦਾਸਹਿ ਪਾਛੇ। ਤੇ ਭਾਈ ਗੁਰਦਾਸ ਸਾਹਿਬ ਜੀ ਦੇ ਪਿੱਛੇ ਹੀ ਸਾਰੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਭਾਈ ਗੁਰਦਾਸ ਸਾਹਿਬ ਜੀ ਦੇ ਪਿੱਛੇ ਹੀ ਚੱਲ ਪਏ ਹਨ। ਘਰ ਲਗ ਜਲ ਕਿਸ ਕੇ ਨਹਿ ਆਇਓ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਕਹਿੰਦੇ ਕਿਸੇ ਵੀ ਸੰਗਤ ਦੇ ਲੱਕ ਤੱਕ ਜੋ ਹੈ, ਕਮਰ ਤੱਕ ਜੋ ਹੈ, ਜਲ ਜੋ ਹੈ ਉਹ ਨਹੀਂ ਆਇਆ। ਸੰਗਤ ਸਕਲ ਪਾਰ ਉਤਰਾਇਓ। ਇਸ ਤਰ੍ਹਾਂ ਗੁਰੂ ਦੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਉਸ ਬਿਆਸ ਦਰਿਆ ਨੂੰ ਪਾਰ ਕਰ ਗਏ ਹਨ। ਗੁਰ ਕੋ ਸ਼ਬਦ ਕਰਿਓ ਵੱਡ ਬੀਰਾ। ਕਹਿੰਦੇ ਗੁਰੂ ਦੇ ਸ਼ਬਦ ਦਾ ਜੋ ਵੱਡਾ ਬੇੜਾ ਹੈ, ਭਾਵ ਗੁਰੂ ਦਾ ਸ਼ਬਦ ਹੀ ਵੱਡਾ ਜਹਾਜ਼ ਹੈ। ਇਸ ਕਰਕੇ ਸਤਿਗੁਰੂ ਸਾਹਿਬ ਨੇ ਪਾਵਨ ਬਾਣੀ ਵਿੱਚ ਵੀ ਇਹ ਕਿਹਾ ਵੀ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਵੀ ਸਾਗਰ ਸੰਸਾਰ ਉਹੀ ਜੀਵ ਤਰਦਾ ਜੋ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ। ਸਾਡੇ ਸਾਹਮਣੇ ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿੱਚ ਇਹ ਵੀ ਸਰਵਣ ਕੀਤਾ ਕਿ ਭਾਈ ਪਾਰੋ ਜੀ ਜਿਹੜੇ ਬਿਆਸ ਦਰਿਆ ਵਿੱਚ ਆਪਣੀ ਘੋੜੀ ਨੂੰ ਠੇਲ ਕੇ ਹਰ ਰੋਜ਼ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਕਰਨ ਜਾਂਦੇ ਸਨ, ਉਹਨਾਂ ਦੇ ਕੋਲ ਵੀ ਸੰਗਤ ਜੀ ਸ਼ਬਦ ਦੀ ਹੀ ਬਰਕਤ ਸੀ, ਸ਼ਬਦ ਦੀ ਹੀ ਤਾਕਤ ਸੀ। ਇਸ ਕਰਕੇ ਕਹਿ ਰਹੇ ਆ ਕਿ ਗੁਰੂ ਦਾ ਸ਼ਬਦ ਹੀ ਭਾਈ ਵੱਡਾ ਬੇੜਾ, ਵੱਡਾ ਜਹਾਜ਼ ਹੈ। ਭਏ ਪਾਰ ਸਗਰੇ ਬਿਨ ਬੇਰਾ। ਤੇ ਬਿਨਾਂ ਕਿਸੇ ਦੇਰੀ ਤੋਂ ਭਾਈ ਗੁਰੂ ਦੇ ਸ਼ਬਦ ਰੂਪੀ ਬੇੜੇ ਤੇ ਚੜ ਕੇ ਪਾਰ ਹੋ ਜਾਈਦਾ ਹੈ। ਸਭ ਕੇ ਅਤ ਨਿਸ਼ਚਾ ਉਰ ਭਇਓ। ਸਾਰਿਆਂ ਦੇ ਮਨ ਵਿੱਚ ਇਸ ਤਰ੍ਹਾਂ ਗੁਰੂ ਦੇ ਪ੍ਰਤੀ, ਗੁਰੂ ਦੇ ਸ਼ਬਦ ਦੇ ਪ੍ਰਤੀ ਬਹੁਤ ਜ਼ਿਆਦਾ ਭਰੋਸਾ ਆਇਆ ਹੈ। ਸ਼ਬਦ ਆਸਰਾ ਦ੍ਰਿੜ ਬਨ ਕੀਓ। ਤੇ ਸ਼ਬਦ ਦਾ ਆਸਰਾ, ਸ਼ਬਦ ਦਾ ਸਹਾਰਾ ਆਪਣੇ ਮਨ ਵਿੱਚ ਸਾਰਿਆਂ ਨੇ ਪੱਕਾ ਕੀਤਾ ਹੈ। ਗੋਇੰਦਵਾਲ ਪੁਰੀ ਮਹਿ ਆਏ। ਜਦੋਂ ਚੱਲ ਕੇ ਬਿਆਸ ਦਰਿਆ ਨੂੰ ਪਾਰ ਕਰਕੇ ਭਾਈ ਗੁਰਦਾਸ ਸਾਹਿਬ ਜੀ ਅਤੇ ਸਾਰੀ ਸੰਗਤ ਗੋਬਿੰਦਵਾਲ ਸਾਹਿਬ ਵਿਖੇ ਪਹੁੰਚੇ ਹਨ। ਸੇਸ ਸ਼੍ਰੀ ਅਮਰ ਅੰਸ ਸਮੁਦਾਏ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਦੇ ਜੋ ਸਮੁਦਾਇ ਬਹੁਤੇ ਬਾਲਕ ਸਨ, ਸਾਰੇ ਜਿਹੜੇ ਬਾਲਕ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚੋਂ ਖੇਲਤ ਮਿਲੇ ਪਰਸ ਪਰਸੋ। ਉਹ ਖੇਲ ਖੇਲ ਰਹੇ ਨੇ ਤੇ ਬੱਚੇ ਆਪਸ ਵਿੱਚ ਇੱਕ ਦੂਜੇ ਨੂੰ, ਭਾਈ ਗੁਰਦਾਸ ਸਾਹਿਬ ਜੀ ਹੋਰਾਂ ਨੂੰ ਸਾਰੇ ਹੀ ਮਿਲੇ ਹਨ। ਬਾਲਕ ਖੇਲ ਹੋਤ ਹੈ ਜੋ। ਤੇ ਕਹਿੰਦੇ ਵੀ ਜੋ ਵੀ ਬਾਲਕ ਖੇਡਾਂ ਖੇਡਦੇ ਨੇ, ਕਈ ਤਰ੍ਹਾਂ ਦੀਆਂ ਬਾਲਕ ਜੋ ਖੇਡਾਂ ਖੇਡਦੇ ਸਨ। ਕਿਸੀ ਬਾਤ ਪਰ ਬਾਕ ਅਲਾਵੈ। ਕਿਸੇ ਗੱਲ ਉੱਤੇ ਉਹ ਬਾਲਕ ਬੱਚੇ ਇਹ ਬਾਕ ਬਚਨ ਕਰ ਰਹੇ ਸਨ। ਕੋਈ ਆਪਸ ਵਿੱਚ ਬਾਲਕ ਬੱਚੇ ਉਹ ਗੱਲਾਂ ਕਰ ਰਹੇ ਸਨ। ਹੋਏ ਹੈ ਇਮਜੇ ਸਤਿਗੁਰ ਭਾਵੈ। ਕਹਿੰਦੇ ਹੁੰਦਾ ਉਹੀ ਹੈ ਜੇ ਸਤਿਗੁਰ ਭਾਵੈ, ਜੇ ਪੂਰੇ ਸਤਿਗੁਰੂ ਨੂੰ ਜੋ ਚੰਗਾ ਲੱਗਦਾ, ਜੋ ਉਸ ਗੁਰੂ ਨੂੰ ਭਾਉਂਦਾ, ਆਖਰਕਾਰ ਹੁੰਦਾ ਉਹੀ ਹੈ ਜੋ ਨੂੰ ਚੰਗਾ ਲੱਗੇ
ਉਹੀ ਹੋ ਕੇ ਰਹਿੰਦਾ ਹੈ। ਸੁਨ ਕੈ ਮਨ ਗੁਰਦਾਸ ਵਿਚਾਰਾ। ਬੱਚਿਆਂ ਦੀ ਗੱਲ ਸੁਣ ਕੇ ਨਾ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਮਨ ਵਿੱਚ ਇਹ ਵਿਚਾਰ ਕੀਤੀ ਹੈ। ਗੁਰ ਭਾਣਾ ਔਰ ਇਨਨੇ ਧਾਰਾ। ਕਹਿਣ ਲੱਗੇ ਇਹ ਬੱਚਿਆਂ ਨੇ ਗੁਰੂ ਦੇ ਭਾਣੇ ਨੂੰ ਆਪਣੇ ਮਨ ਵਿੱਚ ਧਾਰਨ ਕੀਤਾ ਹੋਇਆ, ਨਹੀਂ ਤਾਂ ਇਹਨਾਂ ਬੱਚਿਆਂ ਨੂੰ ਕੀ ਪਤਾ ਕਿ ਜੋ ਗੁਰੂ ਨੂੰ ਭਾਉਂਦਾ ਉਹੀ ਚੰਗਾ ਹੈ। ਕਹਿਣ ਲੱਗੇ ਵੀ ਇਹਨਾਂ ਬੱਚਿਆਂ ਨੇ ਗੁਰੂ ਦੇ ਭਾਣੇ ਨੂੰ, ਗੁਰੂ ਦੇ ਹੁਕਮ ਨੂੰ ਆਪਣੇ ਮਨ ਵਿੱਚ ਧਾਰਨ ਕੀਤਾ ਹੈ। ਜਾਂ ਤੇ ਇਹ ਬਾਲਕ ਗੁਰ ਰੂਪ। ਜਾਂ ਤੇ ਇਸ ਕਰਕੇ ਇਹ ਜੋ ਬਾਲਕ ਨੇ ਨਾ ਇਹ ਗੁਰੂ ਦਾ ਹੀ ਰੂਪ ਨੇ, ਇਹ ਗੁਰੂ ਦਾ ਹੀ ਰੂਪ ਹਨ। ਬੋਲਤ ਨਿਸ਼ਚੈ ਬਾਕ ਅਨੂਪ। ਜਿਹੜੇ ਇਹ ਬਾਲਕ ਬੱਚੇ ਇੰਨੇ ਭਰੋਸੇ ਦੇ ਨਾਲ ਬਚਨ ਬੋਲ ਰਹੇ ਹਨ ਔਰ ਜਿਹੜੇ ਬਚਨ ਕਹਿੰਦੇ ਉਪਮਾ ਤੋਂ ਰਹਿਤ ਹਨ। ਦਵੈ ਕਰ ਬੰਦ ਬੰਦਨਾ ਠਾਨੀ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਕੇ ਉਹਨਾਂ ਬੱਚਿਆਂ ਨੂੰ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਵਿੱਚੋਂ ਬੱਚੇ ਹਨ ਉਹਨਾਂ ਨੂੰ ਮੱਥਾ ਟੇਕਿਆ, ਉਹਨਾਂ ਨੂੰ ਪ੍ਰਣਾਮ ਕੀਤਾ ਹੈ। ਧੰਨ ਧੰਨ ਇਨ ਗੁਰਮਤ ਜਾਨੀ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਧੰਨ ਹਨ ਇਹ ਬੱਚੇ, ਧੰਨ ਹਨ ਇਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਬੱਚਿਆਂ ਨੇ ਗੁਰੂ ਦੀ ਮੱਤ ਜਾਣੀ ਹੈ। ਕੀਨ ਸੰਨਿਸ ਬਿਸਰਾਮ ਸੋ ਨਗਰੀ। ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਦੇ ਸਮੇਤ ਜੋ ਆਗਰੇ ਤੋਂ ਸੰਗਤ ਚੱਲ ਕੇ ਆਈ ਹੈ, ਇੱਕ ਰਾਤ ਗੋਬਿੰਦਵਾਲ ਸਾਹਿਬ ਦੀ ਨਗਰੀ ਵਿੱਚ ਕੀਤੀ ਹੈ। ਸਿਮਰ ਸਤਿਗੁਰੂ ਸੰਗਤ ਸਗਰੀ। ਇੱਕ ਰਾਤ ਦਾ ਬਸੇਰਾ ਸਾਰੀ ਸੰਗਤ ਨੇ ਕੀਤਾ ਤੇ ਸਾਰੀ ਸੰਗਤ ਸਤਿਗੁਰੂ ਸਾਹਿਬ ਨੂੰ ਸਿਮਰਦੀ ਹੈ, ਸਤਿਗੁਰੂ ਸਾਹਿਬ ਨੂੰ ਯਾਦ ਕਰਦੀ ਹੈ। ਪ੍ਰਾਤ ਉਠੇ ਬਾਪੀ ਇਸ਼ਨਾਨੇ। ਜਦੋਂ ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ, ਸਾਰੇ ਉੱਠੇ ਨੇ ਤੇ ਬਾਉਲੀ ਸਾਹਿਬ ਵਿੱਚ ਜਾ ਕੇ ਇਸ਼ਨਾਨ ਕੀਤਾ ਹੈ। ਅਮਰ ਅੰਸ਼ ਕੋ ਬੰਧਨ ਠਾਨੇ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ ਵਿੱਚੋਂ ਜਿਹੜੇ ਉਹਨਾਂ ਦੇ ਸਪੁੱਤਰ ਨੇ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਤੇ ਸਾਰੀ ਸੰਗਤ ਨੇ ਜਾ ਕੇ ਉਹਨਾਂ ਨੂੰ ਮੱਥਾ ਟੇਕਿਆ ਹੈ। ਸੁਨੀ ਕੋ ਮਤ ਪ੍ਰਿਥੀਏ ਕੀ ਕਾਨ। ਭਾਈ ਗੁਰਦਾਸ ਸਾਹਿਬ ਜੀ ਨੇ ਤੇ ਸਾਰੀ ਸੰਗਤ ਨੇ ਆਪਣੇ ਕੰਨਾਂ ਵਿੱਚ ਇਹ ਵੀ ਗੱਲ ਸੁਣ ਲਈ ਹੈ ਕਿ ਬਾਬਾ ਪ੍ਰਿਥੀ ਚੰਦ ਕੀ ਕੁਝ ਕਰ ਰਿਹਾ ਹੈ। ਤੇ ਉਹਨੇ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਵੀ ਕੀ ਕੁਝ ਕੀਤਾ, ਕੀ ਕੁਝ ਉਹਨੇ ਦੋਸ਼ ਮੜੇ ਗੁਰੂ ਅਰਜਨ ਸਾਹਿਬ ਜੀ ਦੇ ਉੱਤੇ। ਇਹ ਸਾਰੀ ਭੈੜੀ ਜਿਹੜੀ ਮੱਤ ਸੀ ਬਾਬੇ ਪ੍ਰਿਥੀਏ ਦੀ, ਉਹ ਸਾਰੀ ਸੰਗਤ ਨੇ ਸੁਣ ਲਈ ਹੈ। ਕੀਨ ਸੁਦਾਸਰ ਕੋ ਪ੍ਰਸਥਾਨ। ਤੇ ਇਸ ਤਰ੍ਹਾਂ ਸੰਗਤ ਜੀ ਜਦੋਂ ਸਵੇਰ ਹੋਈ, ਗੱਲਾਂ ਬਾਤਾਂ ਹੋਈਆਂ, ਵਿਚਾਰਾਂ ਹੋਈਆਂ, ਫਿਰ ਸਾਰੀ ਸੰਗਤ ਨੇ ਇਹ ਸੁਣ ਕੇ ਪ੍ਰਿਥੀਏ ਦੇ ਬਾਰੇ ਤੇ ਆਪਣੀ ਤਿਆਰੀ ਕੀਤੀ ਹੈ ਅੰਮ੍ਰਿਤਸਰ ਦੀ ਧਰਤੀ ਤੇ ਆਉਣ ਦੀ। ਗੋਬਿੰਦਵਾਲ ਸਾਹਿਬ ਤੋਂ ਇਕ ਨਿਸਬਸ ਪਹੁੰਚੇ ਤਹ ਜਾਈ। ਕਹਿੰਦੇ ਇੱਕ ਰਾਤ ਹੀ ਗੋਬਿੰਦਵਾਲ ਸਾਹਿਬ ਰੁਕੇ ਨੇ ਤੇ ਦੂਜੇ ਦਿਨ ਸਵੇਰ ਹੁੰਦਿਆਂ ਸਾਰ ਹੀ ਉਹ ਅੰਮ੍ਰਿਤਸਰ ਵਿਖੇ ਆ ਗਏ ਹਨ। ਤਬ ਗੁਰਦਾਸ ਹਿਰਦੈ ਠਹਿਰਾਈ। ਤਦੋਂ ਭਾਈ ਗੁਰਦਾਸ ਜੀ ਨੇ ਆਪਣੇ ਮਨ ਵਿੱਚ ਇਹ ਫੁਰਨਾ ਕੀਤਾ ਹੈ। ਨਿਸ਼ਚੈ ਸ੍ਰੀ ਅਰਜਨ ਗੁਰ ਭਇਓ। ਕਹਿਣ ਲੱਗੇ ਵੀ ਮੇਰਾ ਗੁਰੂ ਅਰਜਨ ਸਾਹਿਬ ਜੀ ਤੇ ਤਾਂ ਹੀ ਭਰੋਸਾ ਹੋਵੇਗਾ ਕਿ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹਨ। ਤਉ ਮਨੋਰਥ ਕੈਸੇ ਕਈਓ। ਤਾਂ ਤੇ ਐਸਾ ਮਨੋਰਥ, ਐਸੀ ਇੱਛਾ ਜਿਹੜੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਮਨ ਵਿੱਚ ਕੀਤੀ ਹੈ। ਗੁਰ ਭਾਨਾ ਜਾਣਿਓ ਜਿਨ ਬਾਲਕ। ਭਾਈ ਗੁਰਦਾਸ ਸਾਹਿਬ ਜੀ ਸੋਚਦੇ ਆ ਕਿ ਜਿਹੜੇ ਉਹ ਬੱਚੇ ਸਨ ਜਿਨ੍ਹਾਂ ਨੇ ਭਾਣਾ ਆਪਣੇ ਮਨ ਵਿੱਚ ਜਾਣਿਆ ਹੈ, ਮੈਂ ਤਿਨ ਕੋ ਬੰਦਿਓ ਤਤਕਾਲਕ। ਤੇ ਮੈਂ ਉਹਨਾਂ ਬੱਚਿਆਂ ਨੂੰ ਛੇਤੀ ਦੇ ਨਾਲ ਹੀ ਮੱਥਾ ਟੇਕਿਆ ਜਿਹੜੇ ਬੱਚਿਆਂ ਨੇ
ਗੁਰੂ ਦਾ ਭਾਣਾ ਮੰਨਿਆ, ਗੁਰੂ ਦੇ ਭਾਣੇ ਨੂੰ ਆਪਣੇ ਮਨ ਵਿੱਚ ਧਾਰਨ ਕੀਤਾ ਹੋਇਆ ਹੈ। ਬਿਨਾ ਭਨੇ ਇਹੋ ਸਕਲ ਪ੍ਰਸੰਗ। ਭਾਈ ਸਾਹਿਬ ਜੀ ਸੋਚਦੇ ਆ, ਜੇਕਰ ਮੇਰੇ ਬਿਨਾ ਕਹੇ ਤੇ ਇਹ ਸਾਰਾ ਪ੍ਰਸੰਗ ਗੁਰੂ ਅਰਜਨ ਸਾਹਿਬ ਮੈਨੂੰ ਸੁਣਾ ਦੇਣ ਕਿ ਉਹ ਬੱਚਿਆਂ ਨੇ ਕੀ ਗੱਲਾਂ ਕੀਤੀਆਂ, ਬੱਚਿਆਂ ਨੂੰ ਮੈਂ ਕਿਉਂ ਨਮਸਕਾਰ ਕੀਤੀ। ਕਹਿੰਦੇ ਨੇ ਜੇਕਰ ਮੇਰੇ ਬਿਨਾ ਬੋਲਿਆ ਹੀ ਇਹ ਸਾਰੀ ਗੱਲਬਾਤ ਗੁਰੂ ਅਰਜਨ ਸਾਹਿਬ ਜੀ ਮੈਨੂੰ ਕਹਿ ਦੇਣ, ਜੇਕਰ ਬੂਝੇਂਗੇ ਮੁਝ ਸੰਗ। ਜੇਕਰ ਮੈਨੂੰ ਇਹ ਗੱਲ ਪੁੱਛਣਗੇ ਕਿ ਗੁਰੂ ਅਰਜਨ ਸਾਹਿਬ ਜੀ ਕਿ ਉਹਨਾਂ ਬੱਚਿਆਂ ਦੇ ਨਾਲ ਤੁਹਾਡੀ ਕੀ ਗੱਲ ਹੋਈ ਹੈ, ਤਉ ਜਾਨੋ ਮੈਂ ਗੁਰ ਇਹੋ ਭਏ। ਤੇ ਭਾਈ ਸਾਹਿਬ ਕਹਿੰਦੇ ਫਿਰ ਮੈਂ ਜਾਣ ਲਵਾਂਗਾ ਕਿ ਸੱਚਮੁੱਚ ਗੁਰੂ ਅਰਜਨ ਦੇਵ ਇਹ ਹੀ ਹੁਣ ਸਤਿਗੁਰੂ ਸਾਹਿਬ ਜੀ ਹੋਏ ਹਨ। ਸ਼੍ਰੀ ਨਾਨਕ ਪੰਚਮ ਤਨ ਲਏ। ਜਿਸ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਸਰੂਪ ਧਾਰਨ ਕੀਤਾ, ਕਹਿੰਦੇ ਨੇ ਕਿ ਮੈਂ ਇਹ ਗੱਲ ਮੰਨ ਲਵਾਂਗਾ ਕਿ ਗੁਰੂ ਅਰਜਨ ਸਾਹਿਬ ਹੀ ਹੁਣ ਪੰਜਵੇਂ ਗੁਰੂ ਸਾਹਿਬਾਨ ਬਿਰਾਜਮਾਨ ਹੋਏ ਨੇ ਤਖਤ ਤੇ। ਜੇਕਰ ਇਹਨਾਂ ਨੇ ਮੇਰੇ ਮਨ ਦੀ ਇਹ ਗੱਲ ਜਾਣ ਲਈ, ਏਵ ਮਨੋਰਥ ਕਰ ਉਰ ਮਾਹੀ। ਇਸ ਤਰ੍ਹਾਂ ਆਪਣੇ ਮਨ ਵਿੱਚ ਇੱਛਾ ਕਰਕੇ ਭਾਈ ਗੁਰਦਾਸ ਸਾਹਿਬ ਜੀ ਡੇਰਾ ਕੀਨ ਸੁਦਾ ਸਰ ਪਾਹੀ। ਕਹਿੰਦੇ ਵੀ ਅੰਮ੍ਰਿਤਸਰ ਦੇ ਨੇੜੇ ਹੀ, ਸਰੋਵਰ ਦੇ ਨੇੜੇ ਹੀ ਆਪਣਾ ਡੇਰਾ ਕੀਤਾ ਹੈ, ਆਪਣਾ ਟਿਕਾਣਾ ਕੀਤਾ ਹੈ। ਨਿਸ ਬਿਤਾਏ ਕੀਨਸ ਇਸ਼ਨਾਨਾ। ਰਾਤ ਬਤੀਤ ਕੀਤੀ ਹੈ, ਸਵੇਰ ਹੋਈ ਤੇ ਇਸ਼ਨਾਨ ਪਾਨ ਕੀਤਾ ਹੈ। ਸਭ ਸੰਗਤ ਲੈ ਵਸਤੂ ਨਾਨਾ। ਜਿਹੜੀ ਸੰਗਤ ਆਗਰੇ ਤੋਂ ਚੱਲ ਕਰਕੇ ਆਈ ਹੈ, ਜਿਹੜੀ ਸੰਗਤ ਆਪਣੇ ਨਾਲ ਕੀਮਤੀਆਂ ਭੇਟਾਵਾਂ, ਕੀਮਤੀ ਵਸਤੂਆਂ ਨਾਲ ਲੈ ਕੇ ਆਏ ਹਨ। ਸ਼੍ਰੀ ਅਰਜਨ ਸੋਹਤ ਜਿਸ ਥਾਏ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਥਾਂ ਤੇ ਸ਼ੋਭਾ ਪਾ ਰਹੇ ਹਨ, ਜਿਸ ਥਾਂ ਤੇ ਸਤਿਗੁਰੂ ਸਾਹਿਬ ਜੀ ਬਿਰਾਜੇ ਹੋਏ ਹਨ, ਜਾਏ ਸਭਨ ਬੰਦੇ ਤਿਨ ਪਾਏ। ਸਾਰੀ ਸੰਗਤ ਨੇ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਿਆ, ਉਹਨਾਂ ਦੇ ਚਰਨਾਂ ਤੇ ਜਾ ਕੇ ਆਪਣਾ ਸਿਰ ਰੱਖਿਆ ਹੈ। ਅਰਪੀ ਪੁੰਜ ਅਕੋਰ ਅਗਾਰੀ। ਜਿਹੜੀ ਭੇਟਾ ਸੰਗਤ ਲੈ ਕਰਕੇ ਆਈ ਸੀ, ਉਹ ਸਾਰੀ ਭੇਟਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਅੱਗੇ ਧਰੀ ਹੈ। ਦਰਸ਼ਨ ਤੇ ਪ੍ਰਾਪਤ ਸੁਖ ਭਾਰੀ। ਤੇ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਕੇ ਸੰਗਤ ਨੂੰ ਭਾਰੀ ਸੁਖ ਮਿਲਿਆ, ਵੱਡਾ ਸੁਖ ਪ੍ਰਾਪਤ ਹੋਇਆ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਕੇ। ਪ੍ਰੇਮਾਨੰਦ ਹਿਰਦੇ ਭਰ ਆਏ। ਪ੍ਰੇਮ ਦੇ ਸਹਿਤ ਉਹਨਾਂ ਦੇ ਹਿਰਦੇ ਭਰ ਆਏ ਹਨ। ਗੁਰ ਰਵ ਪਿਕ ਦ੍ਰਿਗ ਕੰਜ ਖਰਾਏ। ਗੁਰੂ ਰੂਪ ਸੂਰਜ ਨੂੰ ਦੇਖ ਕੇ ਜਿਵੇਂ ਸੰਗਤ ਜੀ ਕਮਲ ਫੁੱਲ ਖਿੜ ਜਾਂਦਾ ਹੈ, ਇਸੇ ਤਰ੍ਹਾਂ ਸਿੱਖਾਂ ਦੀਆਂ ਜੋ ਅੱਖਾਂ ਸਨ ਉਹ ਖਿੜ ਗਈਆਂ ਹਨ। ਗੁਰੂ ਰੂਪ ਸੂਰਜ ਗੁਰੂ ਅਰਜਨ ਸਾਹਿਬ ਜੀ ਨੂੰ ਦੇਖ ਕੇ ਗੁਰਮੁਖ ਸੱਸ ਚਕੋਰ ਚੱਕ ਕਰੇ। ਕਹਿੰਦੇ ਜਿਵੇਂ ਸੱਸ ਚੰਦਰਮਾ ਦਾ ਵੇਖ ਕਰਕੇ ਚਕੋਰ ਜਿਹੜੀ ਹੈ ਉਹਨੂੰ ਬੜਾ ਸੁੱਖ ਮਿਲਦਾ। ਕਹਿੰਦੇ ਇਸੇ ਹੀ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਮੁਖ ਦੇਖ ਕੇ ਸਿੱਖਾਂ ਦੇ ਮਨ ਜੋ ਹਨ ਉਹ ਭਰ ਗਏ ਹਨ। ਇਕ ਟਕ ਅਵਲੋਕਤ ਸਭ ਖਰੇ। ਇੱਕ ਤੱਕ ਸਤਿਗੁਰੂ ਸਾਹਿਬ ਜੀ ਵੱਲ ਧਿਆਨ ਲਾ ਕੇ ਸਾਰੇ ਸਿੱਖ ਦੇਖ ਰਹੇ ਹਨ। ਗੁਰ ਕਿਰਪਾਲ ਲਖ ਪ੍ਰੇਮ ਵਿਸਾਲਾ। ਤੇ ਗੁਰੂ ਸਾਹਿਬ ਜੀ ਨੇ ਸਾਰੇ ਸਿੱਖਾਂ ਦਾ ਪ੍ਰੇਮ ਜਾਣਿਆ ਕਿ ਸਿੱਖ ਜਿਹੜੇ ਨੇ ਬੜੇ ਪ੍ਰੇਮ ਦੇ ਸਹਿਤ ਬੜੀ ਸ਼ਰਧਾ ਧਾਰਨ ਕਰਕੇ ਆਏ ਹਨ। ਖੁਸ਼ੀ ਕਰੀ ਸਭ ਪਰ ਤਿਸ ਕਾਲਾ। ਤੇ ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਸਾਰੇ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਖੁਸ਼ੀ ਕੀਤੀ ਹੈ, ਬਹੁਤ ਪ੍ਰਸੰਨਤਾ ਕੀਤੀ ਹੈ ਸਾਰੇ ਸਿੱਖਾਂ ਦੀ। ਆਇਸ ਦੇ ਕਰ ਸਭ ਬੈਠਾਏ। ਮਹਾਰਾਜ ਨੇ ਆਗਿਆ ਕੀਤੀ ਕਿ ਭਾਈ ਹੁਣ ਸਾਰੇ ਸਿੱਖ ਸੰਗਤ ਜੋ ਹੈ ਉਹ ਬੈਠ ਜਾਣਾ ਕਰੋ। ਮਨ ਬਾਂਛਤ ਸੰਗਤ ਬਰ ਪਾਏ। ਮਨ ਇੱਛਤ ਮਨ ਭਾਉਂਦੇ ਫਲ ਜੋ ਹਨ ਉਹ ਗੁਰੂ ਦੀ ਸੰਗਤ ਵਿੱਚ ਬੈਠ ਕੇ ਬਰ ਪਾਏ ਹਨ।
ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਸਹਿਜ ਸੁਭਾਇਕ ਬਾਕ ਬਿਲਾਸ, ਇਸ ਤਰ੍ਹਾਂ ਸੁਤੇ ਸਿਧ ਹੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਮੁਖ ਤੋਂ ਬਚਨ ਕਹੇ ਹਨ। ਬੂਝਿਓ ਗੁਰ ਸੱਚ ਕਹੋ ਗੁਰਤਾਸ, ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ, ਭਾਈ ਗੁਰਦਾਸ ਸਾਹਿਬ ਜੀ, ਸੱਚ ਕਹਿਣਾ ਕਰਿਓ। ਇਹ ਸੁਤੇ ਸਿਧ ਹੀ ਬਚਨ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਮੁਖ ਤੋਂ ਕਹੇ ਹਨ। ਬਾਲਕ ਬ੍ਰਿੰਦ ਖੇਲਤ ਤੇ ਜਹਾਂ, ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਜੀ, ਜਦੋਂ ਤੁਸੀਂ ਗੋਬਿੰਦਵਾਲ ਸਾਹਿਬ ਗਏ ਸੋ ਉਥੇ ਬਹੁਤੇ ਬਾਲਕ ਖੇਡ ਰਹੇ ਸਨ। ਤੈ ਆਵਤ ਦੇਖੇ ਜਬ ਤਹਾਂ, ਤੇ ਤੁਸੀਂ ਆ ਕੇ ਜਦੋਂ ਉਹਨਾਂ ਬਾਲਕ ਬੱਚਿਆਂ ਨੂੰ ਦੇਖਿਆ ਹੈ, ਸਭ ਕੋ ਤਾ ਪ੍ਰਣਾਮ ਜੋ ਕਰਿਓ। ਤੇ ਤੁਸੀਂ ਸਾਰਿਆਂ ਨੂੰ ਬੱਚਿਆਂ ਨੂੰ ਪ੍ਰਣਾਮ ਕੀਤਾ, ਤੁਸੀਂ ਸਾਰੇ ਬੱਚਿਆਂ ਨੂੰ ਮੱਥਾ ਟੇਕਿਆ ਹੈ। ਕੌਣ ਗਿਆਨ ਮਨ ਮੈਂ ਸ਼ੁਭ ਧਰਿਓ, ਕਿਹੜਾ ਗਿਆਨ ਤੁਸੀਂ ਆਪਣੇ ਮਨ ਵਿੱਚ ਚੰਗਾ ਗਿਆਨ ਧਾਰਨ ਕੀਤਾ, ਜੋ ਤੁਸੀਂ ਆਉਂਦਿਆਂ ਹੀ ਗੋਬਿੰਦਵਾਲ ਸਾਹਿਬ ਵਿਖੇ ਬੱਚਿਆਂ ਨੂੰ ਪ੍ਰਣਾਮ ਕੀਤਾ ਹੈ। ਸੁਨਤ ਪ੍ਰਸੰਨ ਭਇਓ ਗੁਰਦਾਸ, ਤੇ ਭਾਈ ਸਾਹਿਬ ਜੀ ਇਹੀ ਇੱਛਾ ਰੱਖਦੇ ਸਨ ਕਿ ਮੈਂ ਗੁਰੂ ਅਰਜਨ ਸਾਹਿਬ ਜੀ ਦੇ ਮੁਖ ਤੋਂ ਇਹ ਬਚਨ ਸੁਣਨੇ ਚਾਹੁੰਨਾ। ਮੇਰੇ ਬਿਨਾਂ ਕਹੇ ਤੋਂ ਜੇਕਰ ਗੁਰੂ ਸਾਹਿਬ ਜੀ ਇਹ ਮੈਨੂੰ ਦੱਸ ਦੇਣ ਕਿ ਉਹਨਾਂ ਬੱਚਿਆਂ ਨੇ ਕੀ ਆਪਣੇ ਮਨ ਵਿੱਚ ਚਿਤਵਿਆ, ਬੱਚਿਆਂ ਨੇ ਕਿਹੜਾ ਭਾਣਾ ਆਪਣੇ ਮਨ ਵਿੱਚ ਧਾਰਨ ਕੀਤਾ ਸੀ, ਜਿਸ ਕਰਕੇ ਮੈਂ ਬੱਚਿਆਂ ਨੂੰ ਪ੍ਰਣਾਮ ਕੀਤਾ। ਭਾਈ ਗੁਰਦਾਸ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੇ ਮੁਖ ਤੋਂ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਹਨ। ਬਹੁਤ ਭਾਂਤ ਕੀ ਸਦੁਤ ਪ੍ਰਕਾਸ਼, ਬਹੁਤ ਤਰੀਕਿਆਂ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੀ ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਮਹਿਮਾ ਕੀਤੀ ਹੈ। ਗੁਰ ਚਾਰਨ ਮਹਿ ਜੋਤ ਵਿਸਾਲਾ, ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਜੀ, ਜਿਸ ਤਰ੍ਹਾਂ ਚਾਰ ਪਾਤਸ਼ਾਹੀਆਂ ਦੇ ਵਿੱਚ ਜੋਤ ਟਿਕੀ, ਸਤਿਗੁਰੂ ਗੁਰੂ ਨਾਨਕ ਸਾਹਿਬ, ਸਤਿਗੁਰੂ ਗੁਰੂ ਅੰਗਦ ਸਾਹਿਬ, ਸਤਿਗੁਰੂ ਗੁਰੂ ਅਮਰਦਾਸ ਸਾਹਿਬ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ, ਇਸੇ ਹੀ ਤਰ੍ਹਾਂ ਸੋਆ ਬਰਾਬਰ ਬਿਖੈ ਕਿਰਪਾਲਾ। ਇਹ ਕਿਰਪਾਲੂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ, ਪੰਜਵੇਂ ਸਰੂਪ ਵਿੱਚ ਹੁਣ ਤੁਸੀਂ ਉਸ ਜੋਤ ਦੇ ਮਾਲਕ ਹੋਏ ਹੋ। ਸੁਆਮੀ ਸਰਬ ਘਟਨ ਕੇ ਮਾਲਕ, ਤੁਸੀਂ ਸਾਰੇ ਘਟਾਂ ਦੇ ਮਾਲਕ ਹੋ, ਸੁਆਮੀ ਹੋ, ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ। ਕਿਆ ਮੈਂ ਕਹੂੰ ਬਿਰਤਾਤ ਸੋ ਬਾਲਕ, ਮਹਾਰਾਜ ਮੈਂ ਕੀ ਉਹਨਾਂ ਬੱਚਿਆਂ ਦਾ ਪ੍ਰਸੰਗ ਬਿਆਨ ਕਰਾਂ, ਕਿਉਂਕਿ ਤੁਸੀਂ ਤਾਂ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ। ਆਪਸ ਮੈਂ ਬੋਲਤ ਇਸ ਭਾਏ, ਬੱਚੇ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰ ਰਹੇ ਸਨ। ਗੁਰ ਭਾਵੈ ਤੋ ਇਮ ਹੋਏ ਜਾਏ, ਕਹਿੰਦੇ ਜੋ ਗੁਰੂ ਨੂੰ ਭਾਉਂਦਾ ਉਸੇ ਤਰ੍ਹਾਂ ਹੀ ਹੋ ਜਾਂਦਾ, ਜੋ ਗੁਰੂ ਨੂੰ ਨਹੀਂ ਭਾਉਂਦਾ ਤੇ ਉਹ ਨਹੀਂ ਹੁੰਦਾ, ਕਿਉਂਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਉਸ ਗੁਰੂ ਨੂੰ ਭਾਉਂਦਾ, ਅਕਾਲ ਪੁਰਖ ਨੂੰ ਭਾਉਂਦਾ, ਆਖਰਕਾਰ ਹੁੰਦਾ ਉਹੀ ਕੁਝ ਹੈ। ਉਹ ਬਾਲਕ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰ ਰਹੇ ਸਨ। ਸੁਨ ਤਿਨ ਤੇ ਮੈਂ ਹਿਰਦੈ ਵਿਚਾਰਾ, ਉਹਨਾਂ ਬਾਲਕ ਬੱਚਿਆਂ ਦੇ ਪਾਸੋਂ ਮੈਂ ਸੁਣ ਕੇ ਆਪਣੇ ਹਿਰਦੇ ਵਿੱਚ ਮੈਂ ਇਹ ਵਿਚਾਰ ਕੀਤੀ ਹੈ। ਗੁਰ ਭਾਣਾ ਇਨ ਮਨ ਬਹੁ ਧਾਰਾ, ਮਾਨੋ ਕਿ ਇਹਨਾਂ ਬੱਚਿਆਂ ਨੇ ਗੁਰੂ ਦੇ ਭਾਣੇ ਨੂੰ ਆਪਣੇ ਮਨ ਵਿੱਚ ਧਾਰਨ ਕੀਤਾ ਹੋਇਆ ਹੈ। ਇਹੀ ਸੰਤ ਗੁਰਮੁਖ ਗੁਰ ਰੂਪ, ਭਾਈ ਸਾਹਿਬ ਜੀ ਕਹਿਣ ਲੱਗੇ, ਇਹੀ ਸ਼ਾਂਤ ਆਤਮਾ ਵਾਲੇ ਸੰਤ ਜਨ ਹਨ ਅਤੇ ਗੁਰਮੁਖ ਹਨ, ਅਤੇ ਇਹੀ ਬਾਲਕ ਗੁਰੂ ਦਾ ਰੂਪ ਹਨ। ਪਰਿਓ ਚਰਨ ਮਹਿ ਜਾਨ ਅਨੂਪ, ਤਾਂ ਕਰਕੇ ਮੈਂ ਉਹਨਾਂ ਬੱਚਿਆਂ ਦੇ ਚਰਨਾਂ ਵਿੱਚ ਪਿਆ, ਉਪਮਾ ਤੋਂ ਬਿਨਾਂ ਜਾਣ ਕਰਕੇ, ਉਪਮਾ ਤੋਂ ਰਹਿਤ ਉਹਨਾਂ ਬੱਚਿਆਂ ਨੂੰ ਜਾਣ ਕੇ, ਜਿਨ੍ਹਾਂ ਦੀ ਆਤਮਾ ਸ਼ਾਂਤ ਹੈ, ਜਿਹੜੇ ਗੁਰੂ ਦਾ ਹੀ ਰੂਪ ਨੇ, ਜੋ ਗੁਰਮੁਖ ਸੁਭਾਅ ਦੇ ਬੱਚੇ ਨੇ, ਇਸ ਕਰਕੇ ਮੈਂ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ। ਪੁਨ ਸ੍ਰੀ ਅਰਜਨ ਭਏ ਪ੍ਰਸੰਨ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ
ਭਾਈ ਗੁਰਦਾਸ ਸਾਹਿਬ ਜੀ ਦੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ, ਪ੍ਰਸੰਨਤਾ ਦੇ ਸਹਿਤ ਹੋਏ ਹਨ। ਧੰਨ ਗੁਰਦਾਸ ਸਿੱਖ ਤੂੰ ਧੰਨ। ਕਹਿਣ ਲੱਗੇ, ਭਾਈ ਗੁਰਦਾਸ ਜੀ ਤੁਸੀਂ ਧੰਨ ਸਿੱਖ ਹੋ, ਤੁਸੀਂ ਧੰਨ ਸਿੱਖ ਹੋ, ਤੁਸੀਂ ਧੰਨ ਹੋ। ਗੁਰਮਤਿ ਗੁਰ ਕਰੁਣਾ ਤੇ ਪ੍ਰਾਪਤ। ਗੁਰੂ ਦੀ ਮੱਤ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਗੁਰੂ ਤਰਸ ਕਰੇ, ਗੁਰੂ ਮਿਹਰ ਕਰੇ ਤੇ ਤਾਂ ਹੀ ਗੁਰੂ ਦੀ ਜੋ ਮੱਤ ਹੈ ਉਹ ਪ੍ਰਾਪਤ ਹੁੰਦੀ ਹੈ। ਪ੍ਰੇਮ ਸਹਿਤ ਮੇਰੋ ਜਪ ਜਾਪਤ। ਜਿਹੜੇ ਪ੍ਰੇਮ ਸਹਿਤ ਮੇਰਾ ਨਾਮ ਜਪਦੇ ਹਨ ਉਹਨਾਂ ਨੂੰ ਭਾਈ ਇਹ ਪ੍ਰੇਮ ਦੀ ਦਾਤ ਜੋ ਹੈ ਪ੍ਰਾਪਤ ਹੁੰਦੀ ਹੈ। ਕਰ ਨਿਸ਼ਚਾ ਗੁਰ ਸ਼ਬਦ ਕਨੇਰਾ। ਜਿਹੜੇ ਸਿੱਖ ਗੁਰੂ ਦੇ ਸ਼ਬਦ ਤੇ ਆਪਣਾ ਭਰੋਸਾ ਕਰਦੇ ਨੇ, ਗੁਰੂ ਦੇ ਸ਼ਬਦ ਨੂੰ ਭਰੋਸੇ ਸਹਿਤ ਹੋ ਕੇ ਜਾਣਦੇ ਨੇ, ਨਦੀ ਪਾਰ ਪ੍ਰਾਪਤ ਬਿਨ ਬੇਰਾ। ਉਹ ਸਿੱਖ ਬਿਨਾਂ ਕਿਸੇ ਦੇਰੀ ਤੋਂ ਨਦੀ ਨੂੰ ਪਾਰ ਕਰ ਲੈਂਦੇ ਹਨ। ਕਰਨ ਕਰਾਵਨ ਜਾਣਹਿ ਮੋਹੇ। ਭਾਈ ਗੁਰਦਾਸ ਸਾਹਿਬ ਜੀ ਤੁਸੀਂ ਤੇ ਕਰਨ ਕਰਾਵਣ ਵਾਲੇ ਉਸ ਪਰਮਾਤਮਾ ਨੂੰ ਹੀ ਜਾਣਦੇ ਹੋ। ਤਿਸ ਕੋ ਬਿਗਨ ਕਹੋ ਕਿਮ ਹੋਏ। ਜਿਹੜਾ ਮਨੁੱਖ ਕਰਨ ਕਰਾਵਣ ਵਾਲਾ ਪਰਮਾਤਮਾ ਨੂੰ ਜਾਣਦਾ ਹੈ ਤੇ ਉਸ ਮਨੁੱਖ ਨੂੰ ਕਦੇ ਵੀ ਜੀਵਨ ਵਿੱਚ ਕੋਈ ਵੀ ਵਿਘਨ, ਕੋਈ ਰੁਕਾਵਟ ਨਹੀਂ ਹੋ ਸਕਦੀ। ਤੁਮ ਅਭੇਦ ਕਰ ਮੋ ਕਹੋ ਜਾਣਿਓ। ਤੁਸੀਂ ਭੇਦ ਤੋਂ ਬਿਨਾਂ ਹੀ ਮੈਨੂੰ ਜਾਣਿਆ ਹੈ। ਸ਼ਰਧਾ ਤੇ ਨਿਸ਼ਚਾ ਦ੍ਰਿੜ ਠਾਨਿਓ। ਸ਼ਰਧਾ ਦੇ ਨਾਲ ਤੁਹਾਡਾ ਜਿਹੜਾ ਹਿਰਦਾ ਹੈ ਨਾ ਉਹ ਪਰਪੱਕ ਹੋਇਆ ਹੈ। ਰਹੋ ਹਮ ਪਾਸ ਸਦਾ ਮਮ ਪਿਆਰੇ। ਇਹ ਮੇਰੇ ਪਿਆਰੇ ਗੁਰੂ ਦੇ ਸਿੱਖ ਭਾਈ ਗੁਰਦਾਸ ਸਾਹਿਬ ਜੀ ਤੁਸੀਂ ਸਦਾ ਹੀ ਸਾਡੇ ਪਾਸ ਰਹਿਣਾ ਕਰੋ। ਵੱਡੇ ਭਾਗ ਅਬ ਉਦੇ ਤਿਹਾਰੇ। ਕਿਉਂਕਿ ਹੁਣ ਤੁਹਾਡੇ ਜਿਹੜੇ ਵੱਡੇ ਭਾਗ ਨੇ ਉਹ ਪ੍ਰਗਟ ਹੋ ਗਏ ਹਨ, ਇਸ ਕਰਕੇ ਤੁਸੀਂ ਸਦਾ ਹੀ ਸਾਡੇ ਪਾਸ ਹੀ ਰਹਿਣਾ ਕਰੋ। ਪਠਨ ਲਿਖਨ ਕੀ ਕਾਰ ਸੰਭਾਰੋ। ਤੁਸੀਂ ਬਾਣੀ ਪੜ੍ਹਨ ਦੀ ਅਤੇ ਬਾਣੀ ਲਿਖਣ ਦੀ ਕਾਰ ਸੰਭਾਲੋ, ਇਹ ਕੰਮ ਨੂੰ ਤੁਸੀਂ ਸੰਭਾਲੋ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਬਹੁਤ ਵਿਦਵਾਨ ਹਨ। ਸੱਚਮੁੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਹੀ ਹਨ, ਜਿਨ੍ਹਾਂ ਵਰਗਾ ਦੁਨੀਆ ਤੇ ਕੋਈ ਵੀ ਵਿਦਵਾਨ ਨਹੀਂ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਕਹਿ ਰਿਹਾ ਕਿ ਭਾਈ ਸਾਹਿਬ ਜੀ ਗੁਰਬਾਣੀ ਨੂੰ ਪੜ੍ਹਨ ਦੀ ਅਤੇ ਲਿਖਣ ਦੀ ਇਸ ਤੁਸੀਂ ਕੰਮ ਨੂੰ ਸੰਭਾਲ ਲੈਣਾ ਕਰੋ। ਗੁਰ ਘਰ ਕੀ ਸੇਵਾ ਹਿਤ ਧਾਰੋ। ਗੁਰੂ ਘਰ ਦੀ ਸੇਵਾ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਪਿਆਰ ਕਰੋ। ਸੰਗਤ ਮਹਿ ਮਸੰਦ ਹੋਏ ਔਰ। ਪਾਤਸ਼ਾਹ ਕਹਿਣ ਲੱਗੇ ਵੀ ਸੰਗਤ ਵਿੱਚ ਤਾਂ ਹੋਰ ਵੀ ਬਹੁਤ ਮਸੰਦ ਹਨ, ਸੇਵਾਦਾਰ ਹਨ। ਤੁਮ ਨਿਤ ਰਹੋ ਹਮਾਰੀ ਠੌਰ। ਤੇ ਤੁਸੀਂ ਹਰ ਰੋਜ਼ ਹੀ ਸਾਡੇ ਇਸ ਥਾਂ ਤੇ ਰਹਿਣਾ ਕਰੋ, ਭਾਵ ਕਿ ਤੁਸੀਂ ਸਾਡੇ ਇਸ ਜਗ੍ਹਾ ਤੇ ਹੀ ਰਹਿਣਾ ਕਰੋ। ਸੁਨ ਗੁਰਦਾਸ ਬੰਦਨਾ ਕੀਨ। ਸੁਣ ਕੇ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਿਆ ਹੈ। ਜਿਉ ਆਗਿਆ ਤਿਉ ਕਰੋ ਪ੍ਰਬੀਨ। ਹੇ ਮੇਰੇ ਸਤਿਗੁਰੂ, ਜਿਵੇਂ ਆਪ ਜੀ ਦੀ ਆਗਿਆ ਹੋਵੇ। ਹੇ ਮੇਰੇ ਸਿਆਣੇ ਸਤਿਗੁਰੂ, ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ, ਮੈਂ ਉਸੇ ਤਰ੍ਹਾਂ ਕਰਾਂਗਾ ਜਿਵੇਂ ਤੁਹਾਡਾ ਮੈਨੂੰ ਹੁਕਮ ਹੋਵੇ। ਅਬ ਤੁਮ ਮੋ ਕਹੋ ਆਗਿਆ ਦੀਜੈ। ਪਰ ਸਤਿਗੁਰੂ ਜੀ ਹੁਣ ਤੁਸੀਂ ਮੈਨੂੰ ਆਗਿਆ ਦੇ ਦੇਣਾ ਕਰੋ। ਗੋਇੰਦਵਾਲ ਹੋਏ ਆਵੀਜੈ। ਕਿਉਂਕਿ ਮੈਂ ਗੋਬਿੰਦਵਾਲ ਸਾਹਿਬ ਵਿਖੇ ਹੋ ਕਰਕੇ ਵਾਪਸ ਆ ਜਾਵਾਂਗਾ। ਇੱਕ ਵਾਰ ਤੁਸੀਂ ਮੈਨੂੰ ਆਗਿਆ ਦਿਓ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਦਾ ਜੋ ਜੱਦੀ ਪਿੰਡ ਹੈ ਉਹ ਗੋਬਿੰਦਵਾਲ ਸਾਹਿਬ ਹੈ। ਇਹਨਾਂ ਦੇ ਜੋ ਮਾਤਾ ਪਿਤਾ ਹਨ ਉਹ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਸਾਰਿਆਂ ਦਾ ਬਸੇਰਾ ਹੈ। ਇਸ ਕਰਕੇ ਭਾਈ ਸਾਹਿਬ ਕਹਿ ਰਹੇ ਆ ਕਿ ਮੈਂ ਗੋਬਿੰਦਵਾਲ ਸਾਹਿਬ ਜਾਣਾ ਤੇ ਜਾ ਕੇ ਮੈਂ ਉੱਥੋਂ ਛੇਤੀ ਵਾਪਸ ਆਵਾਂਗਾ। ਸੁਣ ਕੇ ਸਤਿਗੁਰ ਭਏ ਦਇਆਲੂ। ਸੁਣ ਕੇ ਸਤਿਗੁਰੂ ਭਾਈ ਗੁਰਦਾਸ ਸਾਹਿਬ ਜੀ ਦੀ ਬੇਨਤੀ ਬਹੁਤ ਦਿਆਲੂ ਕਿਰਪਾਲੂ ਹੋਏ ਹਨ। ਜਾਵੋ ਫਿਰ ਆਵੋ ਤਤਕਾਲੂ। ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਜੀ ਜਾਓ
ਪਰ ਜਾ ਕੇ ਨਾ ਫਿਰ ਤੁਸੀਂ ਛੇਤੀ ਹੀ ਉੱਥੋਂ ਆ ਜਾਣਾ ਕਰਿਓ। ਐਸੇ ਸੁਨਤ ਗਇਓ ਤਤਕਾਲ। ਇਸ ਤਰ੍ਹਾਂ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਦੇ ਹੁਕਮ ਭਾਈ ਗੁਰਦਾਸ ਸਾਹਿਬ ਜੀ ਛੇਤੀ ਹੀ ਗਏ ਹਨ ਗੋਬਿੰਦਵਾਲ ਸਾਹਿਬ ਨੂੰ। ਰਹਿਓ ਸਮਾਂ ਤੇ ਠਾਂ ਕੁਛ ਕਾਲ। ਤੇ ਕੁਝ ਸਮਾਂ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਰਹੇ ਹਨ। ਭਾਈ ਗੁਰਦਾਸ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੀ ਆਗਿਆ ਪਾ ਕੇ ਗੋਬਿੰਦਵਾਲ ਸਾਹਿਬ ਗਏ ਤੇ ਸੰਗਤ ਜੀ ਕੁਝ ਸਮਾਂ ਰਹਿ ਕੇ ਗੁਰੂ ਅਰਜਨ ਸਾਹਿਬ ਜੀ ਤੋਂ ਆਗਿਆ ਪਾ ਕੇ ਭਾਈ ਗੁਰਦਾਸ ਸਾਹਿਬ ਜੀ ਫਿਰ ਵਾਪਸ ਆ ਜਾਂਦੇ ਆ। ਇੱਥੇ ਸੰਗਤ ਜੀ ਪ੍ਰਸੰਗ ਦੀ ਸਮਾਪਤੀ ਹੁੰਦੀ ਹੈ। ਅਗਲੇ ਪ੍ਰਸੰਗ ਵਿੱਚ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਗੋਬਿੰਦਵਾਲ ਸਾਹਿਬ ਹੋ ਕੇ ਵਾਪਸ ਆਉਂਦੇ ਆ ਤੇ ਉਹਨਾਂ ਨੂੰ ਗੁਰੂ ਕੇ ਲੰਗਰਾਂ ਵਿੱਚ ਛੋਲਿਆਂ ਦਾ ਪ੍ਰਸ਼ਾਦਾ ਮਿਲਦਾ ਤੇ ਭਾਈ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਦੇ ਆ ਕਿ ਮਹਾਰਾਜ ਇਹ ਕੀ ਕਾਰਨ ਹੈ, ਇਸ ਗੁਰੂ ਕੇ ਲੰਗਰ ਵਿੱਚ ਛੋਲਿਆਂ ਦੇ ਪ੍ਰਸ਼ਾਦੇ ਕਿਉਂ ਮਿਲੇ ਹਨ। ਤੇ ਸਾਰੀ ਵਾਰਤਾ ਫਿਰ ਮਾਤਾ ਭਾਨੀ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਸਮਝਾਉਂਦੇ ਆ ਵੀ ਇਹ ਕਾਰਨ ਹੈ ਵੀ ਜਿਸ ਕਰਕੇ ਇਸ ਗੁਰੂ ਕੇ ਲੰਗਰ ਵਿੱਚ ਛੋਲਿਆਂ ਦੇ ਪ੍ਰਸ਼ਾਦੇ ਮਿਲ ਰਹੇ ਆ। ਸੋ ਇਹ ਪ੍ਰਸੰਗ ਆਉਣ ਵਾਲੇ ਦਿਨਾਂ ਵਿੱਚ ਆਪਾਂ ਨੇ ਸਰਵਣ ਕਰਨਾ। ਅੱਜ ਦੇ ਪ੍ਰਸੰਗਾਂ ਦੀ ਇੱਥੇ ਹੀ ਸਮਾਪਤੀ ਹੈ। ਵਿਚਾਰ ਕਰਦਿਆਂ ਕੋਲੋਂ ਬੇਅੰਤ ਹੀ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਧੰਨਵਾਦ ਹੈ ਜੀ ਸਮੁੱਚੇ ਪ੍ਰਬੰਧ ਦਾ। ਸਿੰਘ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਜੀ ਭੰਗਾਲਾ ਸਾਹਿਬ, ਤਿਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਐਸੇ ਸੁਨਤ ਗਇਓ ਤਤਕਾਲ। ਰਹਿਓ ਸਮਾਂ ਤੇ ਠਾਂ ਕੁਛ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।